ਨੌਕਰੀ ਮਹਿੰਗੇ ਮੁੱਲ ਦੀਆਂ ਪੜ੍ਹਾਈਆਂ ਕਰਨ ਤੋਂ ਬਾਅਦ ਨੌਕਰੀ ਦੀ ਥਾਂ 'ਤੇ ਮਿਲ ਰਹੇ ਹਨ ਲਾਰੇ। ਨੌਕਰੀ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੀ ਗਾਥਾ। ਮਹਿੰਗੇ ਮੁੱਲ ਪੜ੍ਹਾਈਆਂ ਕਰਕੇ ਨੌਕਰੀ ਪ੍ਰਾਪਤ ਕਰਨ ਲਈ ਧੱਕੇ ਖਾ ਰਹੇ ਈਟੀਟੀ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਹੁਣ ਇੱਕ ਮਿਸਾਲ ਬਣਦਾ ਜਾ ਰਿਹਾ ਹੈ। ਨੌਕਰੀ ਦੀ ਆਸ 'ਚ ਸੰਘਰਸ਼ ਕਰ ਰਹੇ ਬੇਰੁਜ਼ਗਾਰ ਨੌਜਵਾਨ ਮਹੀਨਿਆਂ ਬੱਧੀ ਟੈਂਕੀਆਂ ਉੱਪਰ ਬੈਠ ਕੇ ਸੰਘਰਸ਼ ਕਰਨ ਲਈ ਮਜਬੂਰ ਹੋਏ ਬੈਠੇ ਹਨ। ਬੇਰੁਜ਼ਗਾਰ ਅਧਿਆਪਕ ਨੌਕਰੀ ਪ੍ਰਾਪਤ ਕਰਨ ਦੇ ਲਈ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢ ਚੁੱਕੇ ਹਨ। ਇਹਨਾਂ ਬੇਰੁਜ਼ਗਾਰਾਂ ਦਾ ਸੰਘਰਸ਼ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਤੋਂ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਮੰਤਰੀਆਂ ਸੰਤਰੀਆਂ ਤੱਕ ਮੰਗ ਪੱਤਰ ਫਰਿਆਦਾਂ ਕੀਤੀਆਂ ਜਾਂਦੀਆਂ ਹਨ, ਪਰ ਇਹਨਾਂ ਬੇਰੁਜ਼ਗਾਰਾਂ ਦੀ ਝੋਲੀ ਵਿੱਚ ਸਰਕਾਰ ਦੇ ਲਾਰਿਆਂ ਤੋਂ ਸਿਵਾਏ ਕੁਝ ਪੱਲੇ ਨਹੀਂ ਪੈ ਰਿਹਾ। ਸਰਕਾਰ ਦੇ ਲਾਰਿਆਂ ਤੋਂ ਅੱਕੇ ਬੇਰੁਜ਼ਗਾਰ ਕਦੇ ਮੁੱਖ ਮੰਤਰੀ ਦੇ ਸ਼ਹਿਰ, ਕਦੇ ਸਿੱਖਿਆ ਮੰਤਰੀ ਦੇ ਸ਼ਹਿਰ, ਕਦੇ ਮੰਤਰੀ ਦੀਆਂ ਰੈਲੀਆਂ ਵਿੱਚ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਹਨ। ਪਹਿਲਾਂ ਤਾਂ ਇਹਨਾਂ ਬੇਰੁਜ਼ਗਾਰਾਂ ਨੇ ਸੰਘਰਸ਼ ਕਰਕੇ ਸਰਕਾਰ ਤੋਂ ਨੌਕਰੀ ਲਈ ਅਸਾਮੀਆਂ ਕਢਵਾਈਆਂ, ਇਸ ਤੋਂ ਸਖਤ ਮਿਹਨਤ ਕਰਕੇ ਟੈਸਟ ਪਾਸ ਕੀਤੇ ਅਤੇ ਜਦੋਂ ਨੌਕਰੀ ਲੈਣ ਲਈ ਵਾਰੀ ਆਈ ਤਾਂ ਹਾਈ ਕੋਰਟ ਵਿੱਚ ਇਹਨਾਂ ਦੀਆਂ ਅਸਾਮੀਆਂ 'ਤੇ ਪ੍ਰਸ਼ਨ ਚਿੰਨ੍ਹ ਲਾ ਕੇ ਰੋਕ ਲਗਾ ਦਿੱਤੀ। ਬੇਰੁਜ਼ਗਾਰ ਅਧਿਆਪਕ ਮਜਬੂਰਨ ਮੁੜ ਸੜਕਾਂ 'ਤੇ ਨੌਕਰੀ ਪ੍ਰਾਪਤ ਕਰਨ ਲਈ ਆ ਚੁੱਕੇ ਹਨ। ਪਿਛਲੇ ਦਿਨੀ ਮੁੱਖ ਮੰਤਰੀ ਦੇ ਸ਼ਹਿਰ ਡਿਪਟੀ ਕਮਿਸ਼ਨਰ ਦੇ ਕੰਪਲੈਕਸ ਦੇ ਬਾਹਰ ਮਰਨ ਵਰਤ 'ਤੇ ਬੈਠੇ ਈਟੀਟੀ ਬੇਰੁਜ਼ਗਾਰ ਅਧਿਆਪਕ ਸਰਕਾਰ ਅੱਗੇ ਫਰਿਆਦਾਂ ਕਰ ਰਹੇ ਸਨ, ਪਰ ਜਦੋਂ ਸਰਕਾਰ ਨੇ ਉਹਨਾਂ ਦੀ ਫਰਿਆਦ ਨਾ ਸੁਣੀ ਤਾਂ ਸਰਕਾਰ ਤੋਂ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਦੀ ਸਿਵਲ ਹਸਪਤਾਲ ਦੀ ਟੈਂਕੀ 'ਤੇ ਮਰਨ ਵਰਤ ਕਰਕੇ ਪੱਕਾ ਮੋਰਚਾ ਲਾ ਦਿੱਤਾ ਹੈ। ਆਓ ਜਾਣੀਏ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦੀ ਜਵਾਨੀ, ਉਹਨਾਂ ਦੇ ਸੰਘਰਸ਼ ਦੀ ਗਾਥਾ। ਦੇਖੋ ਜੀ, ਅਸੀਂ ਤੁਹਾਨੂੰ ਦੱਸ ਦਈਏ ਕਿ 2364 ਭਰਤੀ ਹੈ ਜਿਹੜੀ ਕੋਰਟ ਦੇ ਵਿੱਚ ਪਿਛਲੇ 2-2.5 ਸਾਲਾਂ ਤੋਂ ਲਮਕੀ ਹੋਈ ਹੈ ਔਰ ਇਸ ਭਰਤੀ ਦੇ ਸੰਬੰਧ ਵਿੱਚ ਕੋਰਟ ਦੇ ਵਿੱਚ ਐਫੀਡੇਵਿਟ ਹੈ ਜਿਹੜਾ ਉਹ ਪੇਸ਼ ਹੋਣ ਨੂੰ ਰਹਿੰਦਾ ਆ, ਜਿਹਦੇ ਕਰਕੇ ਭਰਤੀ ਲਟਕੀ ਹੋਈ ਹੈ। ਸੋ ਅੱਜ ਵੀ ਸਾਡੇ ਸਾਥੀਆਂ ਨੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਜੀ ਨਾਲ ਮੀਟਿੰਗ ਕੀਤੀ ਹੈ। ਸੋ ਉਹਨਾਂ ਨੇ ਇਹ ਕਿਹਾ ਕਿ ਤੁਹਾਡਾ ਇੱਥੇ ਬਹਿ ਕੇ ਹੱਲ ਨਹੀਂ ਹੋਣਾ, ਤੁਸੀਂ ਚੰਡੀਗੜ੍ਹ ਚਲੇ ਜਾਓ। ਤਾਂ ਅਸੀਂ ਉਹਨਾਂ ਅਧਿਕਾਰੀਆਂ ਨੂੰ ਦੱਸ ਦਈਏ ਕਿ ਇਹ ਸੀਐਮ ਸਿਟੀ ਆ, ਸੰਗਰੂਰ ਆ ਜਿਹੜਾ ਸੀਐਮ ਸਿਟੀ ਹੈ। ਜੇ ਇੱਥੇ ਬਹਿ ਕੇ ਹੱਲ ਨਹੀਂ ਹੋਣਾ, ਹੁਣ ਤੁਸੀਂ ਦੱਸੋ ਕਿ ਕੀ ਅਸੀਂ ਇਮਰਾਨ ਖਾਨ ਦੇ ਦੇਸ਼ ਪਾਕਿਸਤਾਨ ਚਲੇ ਜਾਈਏ? ਮੈਂ ਕਹਿੰਦਾ ਕਿ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਆ ਕਿ ਸੀਐਮ ਸਿਟੀ ਦੇ ਵਿੱਚ ਬੈਠ ਕੇ ਅਸੀਂ ਮਰਨ ਵਰਤੇ ਬੈਠੇ ਹੋਏ ਹਾਂ ਔਰ ਸਾਡੀ ਸੀਐਮ ਸਿਟੀ ਦੇ ਵਿੱਚ ਸੁਣਵਾਈ ਨਹੀਂ ਹੋ ਰਹੀ ਔਰ ਇੱਥੋਂ ਦੇ ਅਧਿਕਾਰੀ ਸਾਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਇੱਥੋਂ ਧਰਨਾ ਚੱਕ ਕੇ ਚੰਡੀਗੜ੍ਹ ਚਲੇ ਜਾਓ। ਬਈ ਕਿਉਂ ਚਲੇ ਜਾਈਏ? ਅਸੀਂ ਆਪਣੇ ਸੀਐਮ ਸਾਹਿਬ ਦੇ ਘਰ ਆਏ ਹਾਂ, ਆਪਣੇ ਮਸਲੇ ਹੱਲ ਕਰਾਉਣ ਆਏ ਹਾਂ। ਅਸੀਂ ਇੱਥੇ ਹੱਲ ਕਰਾ ਕੇ ਜਾਵਾਂਗੇ। ਜੇਕਰ ਸਾਡੇ ਹੱਲ ਇੱਥੇ ਮਸਲੇ ਨਹੀਂ ਹੁੰਦੇ ਤਾਂ ਮੈਂ ਕਹਿੰਦਾ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਅਸੀਂ ਕੋਈ ਵੀ ਜਿਹੜਾ ਤਿੱਖਾ ਐਕਸ਼ਨ ਕਰਨ ਲਈ ਤਿਆਰ ਬੈਠੇ ਹਾਂ। ਉਹਦੇ ਵਿੱਚ ਸਾਡਾ ਜਾਨੀ ਮਾਲੀ ਨੁਕਸਾਨ ਜੋ ਵੀ ਹੁੰਦਾ ਉਹਦਾ ਜ਼ਿੰਮੇਵਾਰ ਜਿਹੜਾ ਪੰਜਾਬ ਸਰਕਾਰ ਹੋਊਗੀ, ਜ਼ਿਲ੍ਹਾ ਸੰਗਰੂਰ ਦਾ ਸਿਵਲ ਪ੍ਰਸ਼ਾਸਨ ਹੋਊਗਾ, ਪੁਲਿਸ ਪ੍ਰਸ਼ਾਸਨ ਹੋਊਗਾ ਔਰ ਮੁੱਖ ਮੰਤਰੀ ਪੰਜਾਬ ਜੀ ਖੁਦ ਹੋਣਗੇ। ਔਰ ਜਿੱਥੋਂ ਤੱਕ ਸੰਘਰਸ਼ ਦੀ ਗੱਲਬਾਤ ਆ, ਪਿਛਲੇ 6 ਸਾਲਾਂ ਦੇ ਵਿੱਚ ਪੰਜਾਬ ਨੂੰ ਬੜੇ ਕਾਬਿਲ ਜਿਹੜੇ ਸੀ ਨਾ, ਮਤਲਬ ਕਿ ਬੜੇ ਸੂਝਵਾਨ ਮੰਨੇ ਜਾਂਦੇ ਜਿਹੜੇ ਆ, ਉਹ ਲਗਭਗ 5 ਸਿੱਖਿਆ ਮੰਤਰੀ ਜਿਹੜੇ ਹੁਣ ਤੱਕ ਮਿਲ ਚੁੱਕੇ ਆ। ਪਿਛਲੀ ਸਰਕਾਰ ਵੇਲੇ ਸਭ ਤੋਂ ਪਹਿਲਾਂ ਸਿੱਖਿਆ ਮੰਤਰੀ ਜਿਹੜੇ ਦੀਨਾਨਗਰ ਹਲਕੇ ਤੋਂ ਅਰੁਣਾ ਚੌਧਰੀ ਜੀ, ਉਹ ਜਿਹੜੇ ਸੀਗੇ ਉਹਨਾਂ ਨੂੰ ਸਿੱਖਿਆ ਮੰਤਰੀ ਲਾਇਆ ਗਿਆ। ਸਾਡੀਆਂ ਮੰਗਾਂ ਤਿਉਂ ਦੀਆਂ ਤਿਉਂ ਰਹੀਆਂ, ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋਇਆ। ਤਾਂ ਉਸ ਵੇਲੇ ਦੀ ਕਾਂਗਰਸ ਸਰਕਾਰ ਨੂੰ ਇਹ ਲੱਗਿਆ ਕਿ ਹੁਣ ਜਿਹੜਾ ਸਿੱਖਿਆ ਮੰਤਰੀ ਬਦਲ ਦੇਣਾ ਚਾਹੀਦਾ, ਕੋਈ ਹੋਰ ਉਸ ਤੋਂ ਜ਼ਿਆਦਾ ਕਾਬਿਲ ਜਿਹੜਾ ਉਹ ਸਿੱਖਿਆ ਮੰਤਰੀ ਲਾਉਣਾ ਚਾਹੀਦਾ। ਤਾਂ ਉਸ ਤੋਂ ਬਾਅਦ ਓਪੀ ਸੋਨੀ ਨੂੰ ਲਗਾਇਆ ਗਿਆ। ਤਾਂ ਜਦੋਂ ਓਪੀ ਸੋਨੀ ਨੂੰ ਲਗਾਇਆ ਗਿਆ ਤਾਂ ਮਸਲੇ ਜਿਹੜੇ ਉਹ ਸੁਲਝਣ ਦੀ ਬਜਾਏ ਹੋਰ ਉਲਝਦੇ ਗਏ। ਤਾਂ ਬਾਅਦ 'ਚ ਪਤਾ ਚੱਲਿਆ ਕਿ ਉਹ ਤਾਂ ਸਿੱਖਿਆ ਮੰਤਰੀ ਸਾਹਿਬ ਨੇ ਜਿਹੜੇ ਉਹ ਤਾਂ ਆਪ ਹੀ +2 ਪਾਸ ਨੇ।
ਆਪ ਹੀ 10ਵੀਂ ਪਾਸ ਜਾਂ +2 ਪਾਸ ਉਹਨਾਂ ਦੀ ਕੁਆਲੀਫਿਕੇਸ਼ਨ ਸੀਗੀ। ਤਾਂ ਜਿਸ ਤੋਂ ਬਾਅਦ ਮਸਲੇ ਜਿਹੜੇ ਹੱਲ ਨਹੀਂ ਹੋਏ, ਫਿਰ ਕਹਿੰਦੇ ਜੀ ਅਸੀਂ ਹੋਰ ਇੱਕ ਕਾਬਲ ਜਿਹੜਾ ਕੋਈ ਗ੍ਰੈਜੂਏਟ ਜਿਹੜਾ ਉਹ ਅਸੀਂ ਸਿੱਖਿਆ ਮੰਤਰੀ ਲਾਈਏ। ਤਾਂ ਇਹਨਾਂ ਨੂੰ ਵਿਜੇਂਦਰ ਸਿੰਗਲਾ ਜੀ ਮਿਲੇ। ਤਾਂ ਵਿਜੇਂਦਰ ਸਿੰਗਲਾ ਜੀ ਦੇ ਸਮੇਂ ਉਹਨਾਂ ਨੇ ਐਸੇ ਜਿਹੜੇ ਪੁੱਠੇ ਸਿੱਧੇ ਬਿਆਨ ਦਿੱਤੇ, ਜਿਹੜੀਆਂ ਸਾਡੀਆਂ ਭਰਤੀਆਂ ਦਾ ਮਤਲਬ ਕਿ ਐਸਾ ਬੁਰਾ ਹਾਲ ਕੀਤਾ ਕਿ ਸਾਨੂੰ ਉਹਨਾਂ ਮਸਲਿਆਂ ਨੂੰ ਹੱਲ ਕਰਾਉਣ ਦੇ ਲਈ ਮੈਨੂੰ ਲੀਲਾ ਭਵਨ ਪਟਿਆਲਾ ਦੇ ਵਿੱਚ BSNL ਟਾਵਰ ਦੇ ਉੱਪਰ ਜਿਹੜਾ ਮੋਰਚਾ ਸੰਭਾਲਣਾ ਪਿਆ, ਜਿਹੜਾ ਕਿ ਉਹ ਮੋਰਚਾ 135 ਦਿਨ ਚੱਲਿਆ। ਉਹਨਾਂ 135 ਦਿਨਾਂ ਦੇ ਦੌਰਾਨ ਮੈਂ ਥੋੜ੍ਹਾ ਪਾਣੀ ਪੀ ਲੈਣਾ, ਮੇਰਾ ਗਲਾ ਖੁਸ਼ਕ ਹੋ ਗਿਆ ਕਿਉਂਕਿ ਮਰਨ ਵਰਤ 'ਤੇ ਬੈਠੇ ਆ। ਤਾਂ ਉਹਨਾਂ 135 ਦਿਨਾਂ ਦੇ ਦੌਰਾਨ ਉੱਥੇ ਅੱਡ-ਅੱਡ ਪਾਰਟੀਆਂ ਦੇ ਜਿਹੜੇ ਕਾਰਜਕਰਤਾ ਸੀਗੇ, ਜਿਹੜੇ ਆਪਣੇ ਸੇਵਾ ਮੁਕਤ ਜਿਹੜੇ ਕੈਬਨਿਟ ਮੰਤਰੀ ਸੀਗੇ ਜਾਂ ਮੰਤਰੀ ਸਾਹਿਬਾਨ ਸੀਗੇ, ਉਹ ਉੱਥੇ ਪਹੁੰਚੇ। ਉਹਨਾਂ ਸਾਡਾ ਹਾਲ ਚਾਲ ਜਾਣਿਆ, ਮੇਰੇ ਨਾਲ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ ਜੀ ਆਏ। ਉਹਨਾਂ ਅਪੀਲ ਕੀਤੀ ਕਿ ਤੁਸੀਂ ਸੰਘਰਸ਼ ਨੂੰ ਵਿਰਾਮ ਦੇ ਦਿਓ, ਇਹ ਸਰਕਾਰ ਕੋਈ ਹੱਲ ਨਹੀਂ ਕਰਨ ਵਾਲੀ। ਉਸ ਤੋਂ ਬਾਅਦ ਉਹਨਾਂ ਦੇ ਬੇਟੇ ਹਰਿੰਦਰ ਸਿੰਘ ਚੰਦੂਮਾਜਰਾ ਜੀ ਆਏ, ਉਹਨਾਂ ਨੇ ਵੀ ਇਹੀ ਅਪੀਲ ਕੀਤੀ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਰ ਜੀ, ਗੁਰਮੀਤ ਸਿੰਘ ਮੀਤ ਹੇਰ ਜੀ ਟਾਵਰ ਹੇਠਾਂ ਪਟਿਆਲਾ ਪਹੁੰਚੇ। ਉਹਨਾਂ ਨੇ ਮੇਰੇ ਨਾਲ ਫ਼ੋਨ 'ਤੇ ਗੱਲਬਾਤ ਵੀ ਕੀਤੀ। ਤਾਂ ਉਹਨਾਂ ਨੇ ਮੈਨੂੰ ਅਪੀਲ ਵੀ ਕੀਤੀ, ਬੇਨਤੀ ਕੀਤੀ ਕਿ ਬਾਈ ਜੀ ਤੁਸੀਂ ਟਾਵਰ ਤੋਂ ਹੇਠਾਂ ਆ ਜਾਓ, ਜਦੋਂ ਤੁਹਾਡੀ ਸਰਕਾਰ ਆਊਗੀ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਹੱਲ ਕਰਾਂਗੇ। ਤਾਂ ਕੁਝ ਦਿਨ ਬੀਤੇ ਤਾਂ ਉਸ ਵੇਲੇ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਜੀ, ਉਹਨਾਂ ਦੀ ਮੈਨੂੰ ਫ਼ੋਨ 'ਤੇ ਕਾਲ ਆਈ। ਤਾਂ ਉਹਨਾਂ ਵੱਲੋਂ ਵੀ ਇਹੀ ਗੁਜ਼ਾਰਿਸ਼ ਕੀਤੀ ਗਈ ਕਿ ਬਾਈ ਜੀ ਇਹ ਭ੍ਰਸ਼ਟ ਸਰਕਾਰਾਂ ਨੇ, ਇਹ ਭ੍ਰਸ਼ਟ ਸਰਕਾਰਾਂ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ? ਇਹ ਭ੍ਰਸ਼ਟ ਸਰਕਾਰਾਂ ਨੇ, ਤੁਸੀਂ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਕਿਉਂ ਲਾ ਰਹੇ ਹੋ? ਤੁਸੀਂ ਮਰਨ ਵਰਤ ਤਿਆਗਦੇ ਹੋ। ਤਾਂ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹਣਾ ਕਿ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਹੈ, ਤੁਸੀਂ ਮੌਕੇ ਦੇ ਮੌਜੂਦਾ CM ਹੈਗੇ ਹੋ, ਤੁਹਾਡੇ ਹੀ ਸਿੱਖਿਆ ਮੰਤਰੀ ਸਾਹਿਬ ਨੇ, ਸਾਰਾ ਕੁਝ ਤੁਹਾਡੇ ਹੱਥ ਵੱਸ ਹੈ। ਤੁਹਾਡੀ ਸਰਕਾਰ ਵੇਲੇ ਵੀ ਮੈਨੂੰ ਮਰਨ ਵਰਤ ਲਾਉਣਾ ਪੈ ਰਿਹਾ 2364 ਭਰਤੀ ਨੂੰ ਹੱਲ ਕਰਾਉਣ ਲਈ। ਕੀ ਫਿਰ ਇਹ ਤੁਹਾਡੀ ਸਰਕਾਰ ਇਮਾਨਦਾਰ ਦੀ ਸਰਕਾਰ ਹੈ? ਤੁਹਾਡੀ ਸਰਕਾਰ ਹੈ ਜਿਹੜੀ ਉਹ ਬੇਰੁਜ਼ਗਾਰਾਂ ਨਾਲ ਨਿਆਂ ਕਰਨ ਵਾਲੀ ਸਰਕਾਰ ਹੈ? ਕਿ ਤੁਹਾਡੀ ਸਰਕਾਰ ਜਿਹੜੀ ਆ ਉਹ ਬੇਰੁਜ਼ਗਾਰਾਂ ਦੀ ਗੱਲ ਸੁਣਨ ਵਾਲੀ ਸਰਕਾਰ ਹੈ? ਅੱਜ 6ਵਾਂ ਦਿਨ ਹੋ ਚੱਲਿਆ ਮੈਨੂੰ ਮਰਨ ਵਰਤ ਬੈਠਿਆਂ ਨੂੰ। ਕਿ ਅੱਜ ਤੁਹਾਨੂੰ ਸੁਰਿੰਦਰਪਾਲ ਦੀ ਯਾਦ ਨਹੀਂ ਆਈ? ਕਿ ਇਹ ਉਸੇ ਵੇਲੇ ਯਾਦ ਆਈ ਸੀ ਜਦੋਂ ਤੁਸੀਂ ਮੈਨੂੰ ਵਰਤਣਾ ਸੀਗਾ ਆਪਣੀਆਂ ਵੋਟਾਂ ਦੇ ਲਈ? ਕਿ ਵੋਟਾਂ ਬਟੋਰਨ ਦੇ ਵਾਸਤੇ ਮੇਰੇ ਨਾਲ ਜਿਹੜੀ ਹਮਦਰਦੀ ਜਤਾਈ ਗਈ ਸੀ, ਤਾਂ ਕਿ ਲੋਕਾਂ ਦੇ ਵਿੱਚ ਇੱਕ ਲਹਿਰ ਚਲਾਈ ਜਾ ਸਕੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦੀ ਜਿਹੜੀ ਆ ਬੇਰੁਜ਼ਗਾਰਾਂ ਦੇ ਨਾਲ ਦਿਲੋਂ ਹਮਦਰਦੀ ਆ। ਹੁਣ ਇਹ ਤੁਹਾਡੀ ਜਿਹੜੀ ਹਮਦਰਦੀ ਆ ਉਹ ਕਿੱਥੇ ਗਈ? ਉਹ ਕਿਹੜੀ ਨੁੱਕਰ ਦੇ ਵਿੱਚ, ਕਿਹੜੀ ਬੁੱਕਲ ਦੇ ਵਿੱਚ ਲੁੱਕ ਕੇ ਬੈਠੀ ਹੋਈ ਆ? ਮੈਨੂੰ ਉਹ ਦੱਸ ਦਿਓ, ਮੈਂ ਉੱਥੇ ਪਹੁੰਚ ਜਾਊਂਗਾ। ਤੁਸੀਂ ਤਾਂ ਇਹ ਵੀ ਕਿਹਾ ਸੀ ਕਿ ਹਰਾ ਪੈਨ ਚੱਲੂਗਾ। ਇਲੈਕਸ਼ਨ ਤੋਂ ਪਹਿਲਾਂ ਹਰਾ ਪੈਨ ਦੀ ਜਿਹੜੀ ਤੁਸੀਂ ਇੱਕ ਮੁਹਿੰਮ ਚਲਾਈ ਸੀ ਕਿ ਹਰਾ ਪੈਨ ਚੱਲੂਗਾ, ਮਸਲੇ ਹੱਲ ਹੋਣਗੇ। ਕੀ ਹਰਾ ਪੈਨ ਤੁਹਾਡਾ ਗੁੰਮ ਹੋ ਗਿਆ ਜਾਂ ਉਹਦੇ ਵਿੱਚੋਂ ਸਿਆਹੀ ਮੁੱਕ ਗਈ? ਤਾਂ ਮੰਤਰੀ ਸਾਹਿਬ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਤੁਸੀਂ ਕਹਿੰਦੇ ਸੀ ਕਿ ਸਾਡੀ ਸਰਕਾਰ ਆਉਣ 'ਤੇ ਕੋਈ ਲਾਠੀ ਚਾਰਜ ਨਹੀਂ ਹੋਊਗਾ, ਕਿਸੇ ਭਰਾ ਦੀ ਪੱਗ ਨਹੀਂ ਰੁਲੂਗੀ, ਕਿਸੇ ਭੈਣ ਦੀ ਚੁੰਨੀ ਜਿਹੜੀ ਆ ਉਹ ਹਵਾ 'ਚ ਨਹੀਂ ਉਛਾਲੀ ਜਾਊਗੀ। ਪਰ ਕੀ ਅਜਿਹਾ ਨਹੀਂ ਹੋ ਰਿਹਾ?
ਕਾਂਗਰਸ ਸਰਕਾਰ ਵੇਲੇ ਨਿਰਦਈ ਡੀਐਸਪੀ ਜਿਹਨੇ ਬੇਰੁਜ਼ਗਾਰਾਂ ਨੂੰ ਅਰੈਸਟ ਕਰਕੇ ਬੱਸ ਦੇ ਵਿੱਚ ਬਿਠਾਇਆ ਔਰ ਬੱਸ 'ਚ ਬੈਠੇ ਬੇਰੁਜ਼ਗਾਰਾਂ ਦੇ ਖਿੜਕੀਆਂ ਦੇ ਵਿੱਚੋਂ ਜਿਹੜੀਆਂ ਵੱਖੀਆਂ ਦੇ ਵਿੱਚ ਜਿਹੜੇ ਆ ਉਹ ਡੰਡੇ ਮਾਰੇ। ਉਹੀ ਅੱਜ ਡੀਐਸਪੀ ਤੁਹਾਡੀ ਸੁਰੱਖਿਆ ਦੇ ਵਿੱਚ ਮੌਜੂਦ ਆ। ਤਾਂ ਤੁਸੀਂ ਕਿਹੜੇ ਬਦਲਾਵ ਦੀ ਗੱਲ ਕਰਦੇ ਹੋ? ਮੇਰਾ ਨਾਮ ਕੁਲਦੀਪ ਚਹਿਲ ਹੈ, ਮੈਂ ਸੰਗਰੂਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ। ਸਾਡੀ ਜਿਹੜੀ ਜਥੇਬੰਦੀ ਹੈ ਉਹ ETT 2364 ਦੀ ਜਿਹੜੀ ਸੰਘਰਸ਼ ਕਮੇਟੀ ਬਣੀ ਹੋਈ ਹੈ, ਉਹ ਆਪਣੀ ਲੜਾਈ ਜਿਹੜੀ ਲੜ ਰਹੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਕਿੱਥੋਂ ਸੰਘਰਸ਼ ਦੀ ਸ਼ੁਰੂਆਤ ਹੋਈ ਤੇ ਅੱਜ ਅਸੀਂ ਕਿਸ ਸਟੈਂਡ ਤੇ ਖੜ੍ਹੇ ਹਾਂ। ਇਹ ਸ਼ੁਰੂਆਤ ਜਿਹੜੀ ਹੈ 2020 'ਚ ਹੋਈ ਸੀ। ਮਤਲਬ ਵੈਸੇ ਤਾਂ ਬਹੁਤ ਘੱਟੋ ਘੱਟ ਲਗਭਗ 5-6 ਸਾਲ ਹੋ ਗਏ ਇਹਦੇ ਸੰਘਰਸ਼ ਨੂੰ ਚੱਲਦੇ ਹੋਏ, ਪਰ ਇਹ ਪੋਸਟਾਂ ਜਿਹੜੀ ਹੈ ਸਾਡੀ ETT ਦੀ 2364 ਪੋਸਟਾਂ, ਇਹ ਸੰਗਰੂਰ ਜਿਹੜੇ ਆ ਆਪਣੇ ਕੁਝ ਸਾਥੀ ਜਿਹੜੇ ਟੰਕੀ ਤੇ ਚੜ੍ਹ ਕੇ, ਜਿਵੇਂ ਸੁਖਜੀਤ ਨਾਭਾ ਸੀ ਤੇ ਹੋਰ 2 ਭੈਣਾਂ ਸੀ ਨਾਲ, ਉਹਨਾਂ ਨੇ ਟੰਕੀਆਂ ਤੇ ਚੜ੍ਹ ਕੇ ਜਿਹੜੀ ਹੈ ਪਹਿਲੇ ਜਿਹੜੀ ETT ਟੈਟ ਪਾਸ ਬੇਰੁਜ਼ਗਾਰ ਯੂਨੀਅਨ ਸੀ, ਉਹਨਾਂ ਨੇ ਜਿਹੜਾ ਬਹੁਤ ਲੰਬੇ ਸੰਘਰਸ਼ ਕੀਤੇ। ਉਸ ਲੰਬੇ ਸੰਘਰਸ਼ ਦੀ ਬਦੌਲਤ ਦੇ ਜਿਹੜੇ ਟੰਕੀ ਤੇ ਚੜ੍ਹੇ ਸਾਥੀ ਜਿਹੜੇ 91 ਦਿਨ ਟੰਕੀ 'ਚ ਬੈਠੇ ਰਹੇ, ਉਹਨਾਂ ਦੀ ਬਦੌਲਤ ਜਿਹੜੇ ਹੈ ਇਹ ਪੋਸਟਾਂ 2364 ਪੋਸਟਾਂ ਆਈਆਂ ਸੀ। ਤੇ ਬਹੁਤ ਸਾਰੀਆਂ ਜਿਹੜੀਆਂ ਕੰਡੀਸ਼ਨਾਂ ਸਰਕਾਰ ਨੇ ਇਨ ਪੋਸਟਾਂ 'ਚ ਥੋਪੀਆਂ ਸੀ, ਪਰ ਆਪਣੇ ਜਿਹੜੇ ਸਾਥੀ ਹੈ ਉਹਨਾਂ ਦੇ ਸੰਘਰਸ਼ ਦੀ ਬਦੌਲਤ ਜਿਹੜੀ ਹੈ ਤੇ ਉਹ ਪੋਸਟਾਂ 'ਚ ਜਿਹੜੀ ਸਰਕਾਰ ਕੰਡੀਸ਼ਨਾਂ ਲਾਉਂਦੀ ਸੀ, ਉਹ ਕੰਡੀਸ਼ਨਾਂ ਪਹਿਲਾਂ ਤਾਂ ਉਹ ਦੂਰ ਕਰਵਾਈਆਂ। ਕਿ ਪਹਿਲਾਂ ਇਹ ਜਿਹੜੀ ਭਰਤੀ ETT ਦੀ ਭਰਤੀ +2 ਬੇਸ ਤੇ ਆਉਂਦੀ ਸੀ, ਪਰ ਇਹਨਾਂ ਨੇ ਸਰਕਾਰ ਨੇ ਕੀ ਕੀਤਾ, ਉਹ ਜਿਹੜੀ ਹੈ ਉਹ BA ਬੇਸ ਤੇ ਕਰ ਦਿਆਂ। ਪਰ ਉਹਦੇ ਲਈ ਵੀ ਪਹਿਲਾਂ ਸੰਘਰਸ਼ ਕੀਤਾ ਗਿਆ ਤੇ ਫਿਰ ਉਹ ਸੰਘਰਸ਼ ਦੀ ਬਦੌਲਤ ਜਿਹੜੀ ਪੋਸਟਾਂ ਹੈ ਉਹ ਫਿਰ +2 ਬੇਸ ਤੇ ਕਰਵਾਈ ਗਈ। ਤੇ 6 ਮਾਰਚ 2020 ਨੂੰ ਜਿਹੜੀ ਹੈ ETT ਦੀ 2364 ਪੋਸਟਾਂ ਆਈ ਸੀ ਤੇ ਕਰੋਨਾ ਕਾਲ ਸੀ ਉਸ ਟਾਈਮ, ਤੇ ਨਵੰਬਰ 2020 ਤੇ ਉਹਦਾ ਰਿਟਨ ਟੈਸਟ ਲਿਆ ਗਿਆ ਸੀ ਸਰਕਾਰ ਨੇ, ਤੇ ਫਿਰ ਦਸੰਬਰ 'ਚ ਇਹਦਾ ਰਿਜ਼ਲਟ ਆਇਆ। ਪਹਿਲੇ ਵੀਕ 'ਚ ਇਹਦਾ ਰਿਜ਼ਲਟ ਆ ਗਿਆ ਸੀ। ਉਦੋਂ ਬਾਅਦ ਜਿਹੜੀ ਹੈ ਮੈਰਿਟ ਲਿਸਟ ਜਿਹੜੀ ਹੈ ਉਹ ਪਾਈ ਗਈ। ਮੈਰਿਟ ਲਿਸਟ ਪਾਉਣ ਤੋਂ ਬਾਅਦ ਜਿਹੜੀ ਸਕਰੂਟਨੀ ਹੋਈ ਹੈ, ਉਹ ਜਿਹੜੇ ਸਿਲੈਕਟਡ ਕੈਂਡੀਡੇਟਸ ਜਿਨ੍ਹਾਂ ਦਾ ਨਾਂ ਆਇਆ ਸੀ ਲਿਸਟਾਂ 'ਚ, ਉਹਨਾਂ ਦੀ ਜਿਹੜੀ ਹੈ ਦਸੰਬਰ ਮਹੀਨੇ 'ਚ ਜਿਹੜੀ ਹੈ ਉਹ ਸਕਰੂਟਨੀ ਹੋਈ ਹੈ। ਪਰ ਸਰਕਾਰ ਦੀ ਜਿਹੜੀ ਨੀਅਤ ਜਿਹੜੀ ਹੈ ਉਹ ਉਹਦੇ ਟਾਈਮ ਹੀ ਪਤਾ ਲੱਗੀ ਸੀ ਦਸੰਬਰ 'ਚ, ਜਦੋਂ ਉਹਨਾਂ ਨੇ ਜਿਹੜੀ ਸਾਰਾ ਪ੍ਰੋਸੈਸ ਕੰਪਲੀਟ ਹੋਣ ਤੇ ਬਾਵਜੂਦ ਵੀ ਜਿਹੜੇ ਜੁਆਇਨਿੰਗ ਲੈਟਰ ਸਾਨੂੰ ਨਹੀਂ ਦੇ ਗਏ। ਤੇ ਘੱਟੋ ਘੱਟ ਲਗਭਗ 1.5-2 ਮਹੀਨਾ ਲੰਘ ਜਾਣ ਤੋਂ ਬਾਅਦ ਜਿਹੜੀ ਹੈ ਇੱਕ ਕੋਰਟ 'ਚ ਇੱਕ ਕੇਸ ਪਾਇਆ ਗਿਆ 2364 ਦੇ ਖਿਲਾਫ, ਤੇ ਉਸ ਕੇਸ ਦੀ ਬਦੌਲਤ ਜਿਹੜੀ ਹੈ ਇਹ ਭਰਤੀ ਜਿਹੜੀ ਹੈ ਕੋਰਟ 'ਚ ਇਹਦੇ ਸਟੇ ਆ ਗਿਆ 2364 ਪੋਸਟਾਂ ਤੇ ਸਰਕਾਰ ਇਸ ਗੱਲ ਦਾ ਹਵਾਲਾ ਦੇ ਕੇ ਪ੍ਰੋਸੈਸ ਰੋਕ ਦਿਆ ਗਿਆ ਵੀ ਜੁਆਇਨਿੰਗ ਲੈਟਰ ਤੁਹਾਨੂੰ ਜਦੋਂ ਤੱਕ ਕੋਰਟ ਦਾ ਸਟੇ ਨਹੀਂ ਵਕੇਟ ਹੁੰਦਾ, ਤੁਹਾਨੂੰ ਜਿਹੜੇ ਜੁਆਇਨਿੰਗ ਲੈਟਰ ਨਹੀਂ ਦਿੱਤੇ ਜਾ ਸਕਦੇ। ਉਸ ਟਾਈਮ ਤੋਂ ਜਿਹੜਾ ਸਾਡਾ ਜਿਹੜਾ ਸੰਘਰਸ਼ ਜਿਹੜਾ ਜੁਆਇਨਿੰਗ ਲੈਟਰਾਂ ਦੇ ਲਈ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਸੰਗਰੂਰ ਤੇ ਅਸੀਂ ਜਿਹੜੇ ਉਹ ਪ੍ਰੋਟੈਸਟ ਕੀਤੇ। ਸੰਗਰੂਰ ਤੇ ਪ੍ਰੋਟੈਸਟ ਤੋਂ ਬਾਅਦ ਉਸ ਟਾਈਮ ਜਿਹੜੀ ਇਹ ਕਾਂਗਰਸ ਦੀ ਸਰਕਾਰ ਸੀ, ਜਿਵੇਂ ਜਦੋਂ ਇਹ ਪੋਸਟਾਂ ਆਈ ਸੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਜਿਹੜੇ ਸੰਗਰੂਰ ਦੇ ਬਜਿੰਦਰ ਸਿੰਘਲਾ ਜੀ ਹੁੰਦੇ ਸੀ। ਤੋਂ ਅਸੀਂ ਸੰਗਰੂਰ ਤੇ ਪ੍ਰੋਟੈਸਟ ਲਾਏ, ਪਰ ਸਰਕਾਰ ਜਿਹੜੀ ਹੈ ਪ੍ਰੋਟੈਸਟਾਂ ਦੀ ਬਦੌਲਤ ਸਾਨੂੰ ਮੀਟਿੰਗਾਂ ਦੇ ਹੀ ਗਈ, ਮੀਟਿੰਗਾਂ ਤੇ ਝੂਠੇ ਲਾਰੇ ਲਾਏ ਗਏ, ਪਰ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ। ਉਦੋਂ ਬਾਅਦ ਜਿਹੜਾ ਅਸੀਂ ਜਿਹੜੀ ਆਪਣੀ 2364 ਪੋਸਟਾਂ ਦੇ ਜਿਹੜੇ ਆਫਰ ਲੈਟਰ ਜਿਹੜਾ ਸਾਡਾ ਹੱਕ ਬਣਦਾ ਸੀ, ਉਨ ਆਫਰ ਲੈਟਰਾਂ ਨੂੰ ਅਸੀਂ ਲੈਣ ਵਾਸਤੇ ਅਸੀਂ ਜਿਹੜਾ ਪਟਿਆਲੇ ਪੱਕਾ ਮੋਰਚਾ ਲਾਇਆ, ਕਿਉਂਕਿ ਉਹ ਜਿਹੜਾ ਕਾਂਗਰਸ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਸੇ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਦਾ ਸ਼ਹਿਰ ਹੈ ਪਟਿਆਲੇ। ਅਸੀਂ ਪਟਿਆਲੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜਾ ਆਪਣਾ ਪੱਕਾ ਮੋਰਚਾ ਲਾਇਆ। ਉੱਥੇ ਸਾਥੀ ਜਿਹੜੇ ਭੁੱਖ ਹੜਤਾਲ 'ਤੇ ਵੀ ਬੈਠੇ ਸੀ। ਉਸ ਪ੍ਰੋਟੈਸਟ ਦੇ ਦੌਰਾਨ ਜਿਹੜੇ ਹੈ ਉਸ ਪੱਕੇ ਮੋਰਚੇ ਦੇ ਦੌਰਾਨ ਅਸੀਂ ਕਈ ਵਾਰੀ ਜਿਹੜੇ ਮੋਤੀ ਮਹਿਲ ਦਾ ਘਿਰਾਓ ਵੀ ਕੀਤਾ ਗਿਆ। ਸਰਕਾਰ ਨੇ ਜਿਹੜੇ ਪ੍ਰਸ਼ਾਸਨ ਦੇ ਬਦੌਲਤ ਸਾਡੇ 'ਤੇ ਜਿਹੜੇ ਡਾਂਗਾਂ ਵੀ ਪਾਈਆਂ ਗਈਆਂ, ਤੇ ਹੋਰ ਵੀ ਮਤਲਬ ਬਹੁਤ ਸਾਰੇ ਇਸ ਤਰ੍ਹਾਂ ਦੀ ਸਰਕਾਰ ਨੇ ਪ੍ਰਸ਼ਾਸਨ ਨੇ ਸਾਡੇ 'ਤੇ ਮਾੜਾ ਰਵੱਈਆ ਅਪਣਾਇਆ। ਪਰ ਸਰਕਾਰ ਦੀ ਜਿਹੜੀ ਕੋਝੀ ਨੀਤੀਆਂ ਦੀ ਬਦੌਲਤ ਸਾਨੂੰ ਜਿਹੜੇ ਹੈ ਉਹ ਜੁਆਇਨਿੰਗ ਲੈਟਰ ਉਸ ਟਾਈਮ ਵੀ ਨਹੀਂ ਮਿਲੇ। ਉਸ ਤੋਂ ਬਾਅਦ ਅਸੀਂ ਬਹੁਤ ਪਰੇਸ਼ਾਨ ਹੋ ਗਏ ਤੇ ਸੜਕਾਂ 'ਤੇ ਰੁਲ ਰਹੇ ਸੀ। ਪੱਕਾ ਮੋਰਚਾ ਪਟਿਆਲੇ ਚੱਲ ਰਿਹਾ ਸੀ ਉਸ ਟਾਈਮ। ਫਿਰ ਉਸ ਟਾਈਮ ਜਿਹੜੇ ਹੈ ਬਹੁਤ ਸਾਰੇ ਸਾਥੀ ਇਸ ਤਰ੍ਹਾਂ ਦੇ ਜਿਹੜੇ ਮੈਂਟਲੀ ਹਰਾਸਮੈਂਟ ਹੋ ਗਏ। ਉਹਨਾਂ ਨੇ ਮੈਂਟਲੀ ਹਰਾਸਮੈਂਟ ਹੋ ਕੇ ਪਟਿਆਲੇ ਜਿਹੜੇ ਨਹਿਰਾਂ 'ਤੇ ਛਾਲਾਂ ਮਾਰੀਆਂ। ਉਹ 3 ਸਾਥੀ ਨੇ ਆਪਣੇ ਜਿਨ੍ਹਾਂ ਨੇ ਨਹਿਰਾਂ 'ਤੇ ਛਾਲਾਂ ਮਾਰੀਆਂ ਨੇ। ਅਮਰਜੀਤ ਹੁੰਦਾ ਸੀ ਇੱਕ ਸਾਥੀ ਜਿਹੜਾ ਗਲਾਡੀ ਪਿੰਡ ਤੋਂ, ਉਹਨੇ ਨਹਿਰਾਂ 'ਤੇ ਛਾਲਾਂ ਮਾਰੀਆਂ ਸੀ। ਇੱਕ ਜਿਹੜੀ ਹੈ ਮੈਡਮ ਸੀ, ਉਹਨਾਂ ਦੇ ਹਸਬੈਂਡ ਸੀ ਅਨੂਪ ਅੰਦਾਣਾ ਪਿੰਡ ਤੋਂ, ਜਿਹੜਾ ਸੰਗਰੂਰ ਡਿਸਟ੍ਰਿਕਟ 'ਚ ਪੈਂਦਾ ਹੈ, ਉਹਨਾਂ ਨੇ ਨਹਿਰਾਂ 'ਤੇ ਛਾਲਾਂ ਮਾਰੀਆਂ। ਉਹ ਪਰੇਸ਼ਾਨ ਹੋ ਕੇ ਨਹਿਰਾਂ 'ਤੇ ਛਾਲਾਂ ਮਾਰੀਆਂ। ਤੇ ਇੱਕ ਸਾਥੀ ਹੋਰ ਸੀ ਕਰੋਦਾ ਤੋਂ, ਉਹਨੇ ਵੀ ਜਿਹੜੀ ਹੈ ਉਹ ਨਹਿਰਾਂ 'ਤੇ ਛਾਲਾਂ ਮਾਰੀਆਂ, ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ। 3 ਸਾਥੀਆਂ ਨੇ ਜਿਹੜੇ ਹੈ ਉਹ ਪਰੇਸ਼ਾਨ ਹੋ ਕੇ ਸਰਕਾਰ ਦੀ ਜਿਹੜੀ ਹੈ ਮਾੜੀ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਨਹਿਰਾਂ 'ਤੇ ਵੀ ਛਾਲਾਂ ਮਾਰੀਆਂ। ਮਤਲਬ ਜਿਹੜਾ ਪੰਜਾਬ ਦਾ ਨੌਜਵਾਨ, ਉਹਨਾਂ ਨੇ ਮਤਲਬ ਹਰ ਤਰੀਕੇ ਦੇ ਨਾਲ ਐਫਰਟ ਕੀਤਾ, ਪਰ ਸਰਕਾਰ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਰੰਗੀ। ਸਰਕਾਰ ਸਿਰਫ ਝੂਠੇ ਲਾਰੇ ਲਾਉਂਦੀ ਰਹੀ, ਕਿਉਂਕਿ ਸਰਕਾਰ ਦੀ ਨੀਅਤ ਉਹ ਮਾੜੀ ਸੀ। ਉਹ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇਣਾ ਚਾਹੁੰਦੀ ਸੀ। ਮੇਰਾ ਨਾਮ ਮਨਪ੍ਰੀਤ ਸਿੰਘ ਹੈ ਅਤੇ ਮਾਨਸਾ ਤੋਂ ਬਿਲੋਂਗ ਕਰਦੇ ਹੈਗੇ।
ਜਿਹੜੀ ਸਾਡੀ 2364 ਸੰਘਰਸ਼ ਕਮੇਟੀ ਪੰਜਾਬ ਹੈਗੀ, ਇਹ ਲਗਾਤਾਰ ETT 2364 ਭਰਤੀ ਦੇ ਵਾਸਤੇ ਜਿਹੜੀ ਲਗਾਤਾਰ ਸੰਘਰਸ਼ ਕਰ ਰਹੀ ਹੈਗੀ। ਜਿਸ ਤਰ੍ਹਾਂ ਲਾਸਟ ਟਾਈਮ ਕਾਂਗਰਸ ਦੀ ਸਰਕਾਰ ਸੀ, ਜਿਸ ਸਮੇਂ ਕੈਪਟਨ ਅਮਰਿੰਦਰ ਸਿੰਘ ਜੀ ਹੈ ਪੰਜਾਬ ਦੇ ਮੁੱਖ ਮੰਤਰੀ ਸੀਗੇ ਔਰ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਸੀਗੇ, ਉਹਨਾਂ ਦੇ ਨਾਲ ਗੱਲਬਾਤ ਲਗਾਤਾਰ ਹੁੰਦੀ ਰਹਿੰਦੀ ਸੀ 2364 ਭਰਤੀ ਦੇ ਸੰਬੰਧ ਸੀ। ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਸੀ ਜਿਹੜੀ ਤੁਹਾਡੀ ਭਰਤੀ ਹੈਗੀ ਜਲਦੀ ਹੀ ਪੂਰੀ ਕੀਤੀ ਜਾਊਗੀ, ਲੇਕਿਨ ਉਹਨਾਂ ਵੱਲੋਂ ਲਗਾਤਾਰ ਕਿਤੇ ਨਾ ਕਿਤੇ ਕਤਾਈਆਂ ਵਰਤੀਆਂ ਗਈਆਂ, ਜਿਨ੍ਹਾਂ ਦੇ ਕਾਰਨ ਜਿਹੜਾ ਕਿ ਅੱਜ 2364 ਪਰਿਵਾਰ ਜਿਹੜੇ ਕਿ ਖੱਜਲ ਖੁਆਰ ਹੋ ਰਹੇ ਨੇਗੇ। ਉਸ ਤੋਂ ਬਾਅਦ ਜਦੋਂ ਲਗਾਤਾਰ ਕੋਈ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਵੀ ਵਧੀਆ ਕੰਮ ਨਾ ਕਰਨ ਦੇ ਕਾਰਨ ਉਹਨਾਂ ਨੂੰ ਕੀ ਹੈ ਕੁਰਸੀ ਤੋਂ ਲਾਹ ਦਿੱਤਾ ਗਿਆ। ਉਸ ਤੋਂ ਬਾਅਦ ਕੀ ਹੈ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਆਪਣਾ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾਂਦਾ, ਤੇ ਉਸ ਸਮੇਂ ਜਿਹੜੇ ਕਿ ਪੰਜਾਬ ਦੇ ਜਿਹੜੇ ਆਪਣੇ ਸਿੱਖਿਆ ਮੰਤਰੀ ਸੀਗੇ ਉਹ ਜਿਹੜੇ ਕਿ ਪ੍ਰਗਟ ਸਿੰਘ ਜੀ ਨੂੰ ਬਣਾਇਆ ਜਾਂਦਾ ਹੈਗਾ। ਉਹਨਾਂ ਨਾਲ ਮੀਟਿੰਗਾਂ ਦਾ ਲਗਾਤਾਰ ਦੌਰ ਜਾਰੀ ਰਹਿੰਦਾ, ਕਦੇ ਆਪਣਾ ਜਲੰਧਰ ਦੇ ਵਿੱਚ, ਕਦੇ ਕਿਤੇ ਵੀ ਅਲੱਗ-ਅਲੱਗ ਥਾਵਾਂ ਦੇ ਉੱਤੇ ਉਹਨਾਂ ਨਾਲ ਕੀ ਕਾਫੀ ਜ਼ਿਆਦਾ ਪ੍ਰੋਟੈਸਟ ਹੁੰਦੇ ਨੇ। ਉਹਨਾਂ ਨਾਲ 2364 ਭਰਤੀ ਦੇ ਸੰਬੰਧ ਦੇ ਵਿੱਚ ਕੀ ਰਾਬਤਾ ਕਾਇਮ ਕੀਤਾ ਜਾਂਦਾ ਵੀ 2364 ਭਰਤੀ ਦਾ ਜਿਹੜਾ ਡਿਸੀਜਨ ਕੀ ਹੈ, ਕੀ ਚੱਲ ਰਿਹਾ ਹੈਗਾ। ਤਾਂ ਉਹਨਾਂ ਵੱਲੋਂ ਕੀ ਹੈ ਇੱਕੋ ਸ਼ਬਦ ਬੋਲਿਆ ਜਾਂਦਾ ਸੀਗਾ ਵੀ ਜਿਹੜੀ ਭਰਤੀ ਹੈ 2364 ਇਹ ਜਿਹੜੀ ਹੈ ਕੋਰਟ ਦੇ ਅੰਡਰ ਹੈਗੀ, ਇਸ ਦੇ ਵਿੱਚ ਅਸੀਂ ਕੁਝ ਵੀ ਨਹੀਂ ਕਰ ਸਕਦੇ। ਲਗਾਤਾਰ ਅਸੀਂ ਪ੍ਰੋਟੈਸਟ ਕੀਤੇ। ਉਸ ਤੋਂ ਬਾਅਦ ਕੀ ਹੈ ਮਾਨਸਾ ਦੇ ਵਿੱਚ ਜਿਹੜਾ ਕੀ ਹੈ ਪੂਰੇ ਪੰਜਾਬ ਨੇ ਦੇਖਿਆ, ਜਦੋਂ ਮਾਨਸਾ ਦੇ ਵਿੱਚ ਕੀ ਹੈ ਚੰਨੀ ਸਾਹਿਬ ਦੀ ਮੁੱਖ ਮੰਤਰੀ ਪੰਜਾਬ ਦੀ ਰੈਲੀ ਸੀਗੀ, ਜਿੱਥੇ ਉੱਥੇ ਜਦੋਂ ਪ੍ਰੋਟੈਸਟ ਕਰਨ ਲਈ ਸਾਡੇ ETT ਟੈਟ ਪਾਸ ਬੇਰੁਜ਼ਗਾਰ ਜਦੋਂ ਗਏ ਤਾਂ ਉੱਥੇ ਕੀ ਆ ਪਸ਼ੂਆਂ ਵਾਂਗੂ ਸਾਨੂੰ ਜਿਹੜਾ ਕੀ ਹੈ ਕੁੱਟਿਆ ਗਿਆ, ਗੱਡੀਆਂ ਦੇ ਵਿੱਚ ਬਿਠਾ ਕੇ ਗਿਆ ਆਪਣਾ ਅਫਸਰਾਂ ਵੱਲੋਂ ਜਿਹੜਾ ਹੁੱਜਾਂ ਤੱਕ ਮਾਰੀਆਂ ਗਈਆਂ। ਲੇਕਿਨ ਜਿਹੜੇ ਸਾਡੀ 2364 ਕਮੇਟੀ ਸੀ ਜਿਹੜੇ ਸੀਗੇ ਆਪਣਾ ਸਿੱਖਿਆਰਥੀ, ਇਹਨਾਂ ਨੇ ਕੀ ਆਪਣੀ ਹਾਰ ਨਹੀਂ ਮੰਨੀ, ਲਗਾਤਾਰ ਆਪਣੀ ਆਵਾਜ਼ ਨੂੰ ਕੀ ਹੈ ਬੁਲੰਦ ਕਰਦੇ ਗਏ। ਉਸ ਤੋਂ ਬਾਅਦ ਕੀ ਹੋਇਆ, ਚੋਣਾਂ ਦਾ ਸਮਾਂ ਆਇਆ, ਚੋਣ ਜਾਬਤਾ ਲੱਗ ਗਿਆ। ਉਸ ਤੋਂ ਬਾਅਦ ਚੋਣਾਂ ਦੇ ਸਮੇਂ ਸਾਡੇ ਨਾਲ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕੀ ਹੈ ਬਹੁਤ ਵੱਡੇ ਵਾਅਦੇ ਕਰਕੇ ਜਿਹੜੀ ਕਿ ਸੱਤਾ ਦੇ ਵਿੱਚ ਆਈ ਸੀ ਵੀ ਅਸੀਂ ਜਿਹੜਾ ਹੈਗਾ ਅਸੀਂ ਬੇਰੁਜ਼ਗਾਰੀ ਨੂੰ ਖਤਮ ਕਰ ਦੇਵਾਂਗੇ, ਅਸੀਂ ਆਉਣ ਸਾਰ ਜਿਹੜਾ ਹਰਾ ਪੈਨ ਜਿਹੜਾ ਸਾਡਾ ਹੈਗਾ ਉਹ ਸਾਡਾ ਬੇਰੁਜ਼ਗਾਰਾਂ ਵਾਸਤੇ ਚੱਲੂਗਾ। ਲੇਕਿਨ ਅੱਜ ਬਦਲਿਆ ਕੁਝ ਵੀ ਨਹੀਂ, ਸਿਰਫ ਇੱਕ ਚਿਹਰਾ ਬਦਲਿਆ, ਨੀਤੀਆਂ ਉਹੀ ਨੇਗੀਆਂ ਜੋ ਪਹਿਲਾਂ ਦੀਆਂ ਸਰਕਾਰਾਂ ਦੀਆਂ ਸੀਗੀਆਂ। ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨੂੰ ਤਕਰੀਬਨ 7 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਔਰ 7 ਮਹੀਨਿਆਂ ਦੇ ਵਿੱਚ ਅਸੀਂ ਜ਼ਿਆਦਾ ਨਹੀਂ, ਅਸੀਂ ਜੋ ਸਾਡੇ ਸਿੱਖਿਆ ਮੰਤਰੀ ਪਹਿਲਾਂ ਮੀਤ ਹੇਰ ਜੀ ਰਹੇ ਨੇ ਅਤੇ ਉਸ ਤੋਂ ਬਾਅਦ ਜਿਹੜੇ ਹਰਜੋਤ ਵੈਸ ਜੀ ਰਹੇ ਨੇ, ਤਕਰੀਬਨ ਦੋਨਾਂ ਮੰਤਰੀਆਂ ਦੇ ਨਾਲ ਅਸੀਂ 7 ਤੋਂ 8 ਮੀਟਿੰਗਾਂ ਜਿਹੜੀਆਂ ਲਗਾਤਾਰ ਉਹਨਾਂ ਦੀਆਂ ਟੇਬਲ ਟਾਕ ਦੇ ਉੱਤੇ ਕੀ ਹੈ ਜਾ ਚੁੱਕੇ ਹਾਂ। ਉਹਨਾਂ ਵੱਲੋਂ ਕਿਹਾ ਜਾਂਦਾ ਸੀਗਾ ਉਸ ਸਮੇਂ ਵੀ ਉਹਨਾਂ ਵੱਲੋਂ ਇਹੀ ਗੱਲ ਕਹੀ ਜਾਂਦੀ ਸੀ ਵੀ ਜਿਹੜਾ ਤੁਹਾਡਾ ਜਿਹੜਾ ਹੈਗਾ ਭਰਤੀ ਹੈਗੀ ਉਹ ਤੁਹਾਡੀ ਅੰਡਰ ਪ੍ਰੋਸੈਸ ਕੋਰਟ ਦੇ ਆ, ਅਸੀਂ ਇਸ ਦੇ ਵਿੱਚ ਕੀ ਕੁਝ ਵੀ ਨਹੀਂ ਕਰ ਸਕਦੇ। ਲੇਕਿਨ ਉਸ ਤੋਂ ਬਾਅਦ ਜਿਹੜੀ ਸਾਰੀ ਗੇਮ ਸੀਗੀ ਕੋਰਟ ਵੱਲੋਂ ਇੱਕ ਜਿਹੜੀ ਭਰਤੀ ਸਟਕ ਡਾਊਨ ਹੋਈ ਸੀਗੀ 2364 ਭਰਤੀ ਸਟਕ ਡਾਊਨ ਹੋਈ ਸੀ, ਤਾਂ ਉਹਦੇ ਸੰਬੰਧ ਵਿੱਚ ਇੱਕ ਬੋਰਡ ਨੂੰ ਇੱਕ ਲੈਟਰ ਕੱਢਿਆ ਜਾਂਦਾ। ਉਹ ਲੈਟਰ ਕੀ ਕੱਢਿਆ ਜਾਂਦਾ ਵੀ ਤੁਸੀਂ ਜਿਹੜਾ ਹੈਗਾ ਤੁਹਾਡਾ ਬੋਰਡ ਹੈਗਾ ਉਹਦੇ ਬੋਰਡ ਦੇ ਸੰਬੰਧ ਦੇ ਵਿੱਚ ਇੱਕ ਐਫੀਡੈਵਿਟ ਜਿਹੜਾ ਹੈਗਾ ਤੁਸੀਂ ਕੋਰਟ ਦੇ ਵਿੱਚ ਸਬਮਿਟ ਕਰਵਾਓ। ਉਸ ਦੇ ਸੰਬੰਧ ਦੇ ਵਿੱਚ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਵੈਸ ਜੀ ਨਾਲ ਸਾਡੀਆਂ 4 ਤੋਂ 5 ਮੀਟਿੰਗਾਂ ਹੁੰਦੀਆਂ ਨੇ ਅਤੇ ਉਹਨਾਂ ਵੱਲੋਂ ਸਾਨੂੰ ਲਗਾਤਾਰ ਇੱਕੋ ਹੀ ਆਸ਼ਵਾਸਨ ਦਿਵਾਇਆ ਜਾਂਦਾ ਸੀਗਾ ਵੀ ਤੁਹਾਡਾ ਜਿਹੜਾ ਹੈਗਾ ਬੋਰਡ ਹੈ ਉਹ ਅਸੀਂ ਕੋਰਟ ਦੇ ਵਿੱਚ ਬਹੁਤ ਜਲਦੀ ਜਿਹੜਾ ਐਫੀਡੈਵਿਟ ਪੇਸ਼ ਕਰ ਦੇਵਾਂਗੇ। ਲੇਕਿਨ ਸਰਕਾਰ ਵੱਲੋਂ ਹੁੰਦਾ ਕੀ ਹੈ ਲਗਾਤਾਰ ਝੂਠੇ ਆਸ਼ਵਾਸਨ ਮਿਲੇ, ਲੇਕਿਨ ਜਦੋਂ ਸਾਨੂੰ ਲੱਗਿਆ ਵੀ ਵਾਕਿਆ ਸਾਨੂੰ ਸਰਕਾਰ ਜਿਹੜੀ ਹੈਗੀ ਆ ਅਣਗੌਲਿਆ ਕਰ ਰਹੀ ਹੈ ਤੋਂ ਸਾਡੇ ਦੋ ਸਾਥੀ ਆਪਣਾ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਬੋਹਾ ਵੱਲੋਂ ਜਿਹੜਾ ਕਿ ਮਰਨ ਵਰਤ ਜਿਹੜਾ ਸੰਗਰੂਰ ਸ਼ੁਰੂ ਕੀਤਾ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਦਲਜੀਤ ਸਿੰਘ, ਮੈਂ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਅਤੇ ਸਰਕਾਰ ਦੀਆਂ ਪਿਛਲੇ 2 ਸਾਲਾਂ ਤੋਂ ਜਿਹੜੀਆਂ ਮਾਰੂ ਨੀਤੀਆਂ ਸਾਡੇ 2364 ETT ਜਿਹੜੇ ਹੈਗੇ ਨੇ ਕੈਂਡੀਡੇਟਸ ਨੂੰ ਭੁਗਤਣੀਆਂ ਪੈ ਰਹੀਆਂ, ਉਹਦਾ ਖਾਮਿਆਜ਼ਾ ਸਾਨੂੰ ਬਹੁਤ ਹੀ ਮਾੜਾ ਝੱਲਣਾ ਪਿਆ। ਜਿਵੇਂ ਕਿ ਕੁਛ ਕੁ ਸਮਾਂ ਪਹਿਲਾਂ ਜਿਹੜੇ ਸਾਡੇ ਕੁਛ ਕੁ ETT ਕੇਡਰ ਸੀਗਾ ਜਿਹੜਾ ਕਿ ਉਹਦੇ ਵਿੱਚ ਸਿਲੈਕਟ ਸੀਗੇ ਕੈਂਡੀਡੇਟ, ਤਾਂ ਜਦੋਂ ਕਿ ਸਰਕਾਰ ਦੀਆਂ ਨਾਕਾਮ ਨੀਤੀਆਂ ਦੇ ਕਾਰਨ ਜਿਹੜਾ ਕਿ ਰੁਜ਼ਗਾਰ ਦੇਣ ਦੀ ਨੀਤੀ ਨਾ ਹੋਣ ਦੇ ਕਾਰਨ ਜਿਹੜਾ ਸੀਗਾ ਕੁਛ ਕੁ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ, ਅਤੇ ਜਿਸ ਦੇ ਚੱਲਦੇ ਕਿ ਕੁਛ ਜਿਹੜੇ ਮਾਨਸਿਕ ਤੌਰ 'ਤੇ ਵੀ ਪ੍ਰਤਾੜਿਤ ਹੋਏ ਨੇ, ਤਾਂ ਕੁਛ ਕੁ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਜਿਹੜੀ ਹੈਗੀ ਆ ਕਿ ਦੁਰਦਸ਼ਾ ਅਸੀਂ ਦੱਸ ਨਹੀਂ ਸਕਦੇ ਕਿ ਉਹ ਕਿਹੜੇ ਹਾਲਾਤਾਂ ਦੇ ਵਿੱਚ ਜਿਹੜਾ ETT ਕੰਪਲੀਟ ਕਰਕੇ ਇੱਥੇ ਤੱਕ ਆਏ ਨੇ। ਤਾਂ ਉਹਨਾਂ ਦੇ ਘਰ ਦੇ ਵਿੱਚ ਕਈ ਕੈਂਡੀਡੇਟਾਂ ਦੇ ਘਰ ਦੇ ਵਿੱਚ ਰਾਸ਼ਨ ਪਾਣੀ ਤੱਕ ਨਹੀਂ ਸੀ ਹੁੰਦਾ, ਉਹ ਫਿਰ ਵੀ ਇੰਨੀਆਂ ਮਹਿੰਗੀਆਂ ਡਿਗਰੀਆਂ ਔਰ ਇੰਨੀਆਂ ਮਹਿੰਗੀਆਂ ਸਰਕਾਰ ਦੀਆਂ ਜਿਹੜੀਆਂ ਪੜ੍ਹਾਈਆਂ ਨੇ ਔਰ ਸ਼ਰਤਾਂ ਨੇ ਉਹਨਾਂ ਨੂੰ ਪੂਰਾ ਕਰਦੇ ਹੋਏ ਜਿਹੜਾ ਇੱਥੇ ਤੱਕ ਪਹੁੰਚੇ ਨੇ।
ਪਰ ਜਿਹੜੀਆਂ ਸਰਕਾਰ ਦੀਆਂ ਨਾਕਾਮੀਆਂ ਨੇ ਉਹ ਤੁਹਾਨੂੰ ਅੱਜ ਸਾਹਮਣੇ ਇੱਥੇ ਦੇਖਣੀਆਂ ਦੇਖ ਹੀ ਰਹੇ ਹੋ ਤੁਸੀਂ ਕਿ ਕਿਵੇਂ ਜਿਹੜੇ ਅਸੀਂ ਇੱਥੇ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਸੜਕਾਂ ਦੇ ਉੱਤੇ ਰੁਲ ਰਹੇ ਹਾਂ। ਤੇ ਪਿਛਲੇ 5-6 ਦਿਨਾਂ ਤੋਂ ਜਿਹੜਾ ਹੈਗਾ ਸਾਡਾ ਇਹ ਪ੍ਰੋਟੈਸਟ ਚੱਲ ਰਿਹਾ, ਜਿਹਦੇ ਵਿੱਚ ਕਿ ਸੁਰਿੰਦਰਪਾਲ ਗੁਰਦਾਸਪੁਰ ਜੀ ਅਤੇ ਸੁਖਚੈਨ ਜਿਹੜੇ ਮਾਨਸਾ ਤੋਂ ਨੇ ਉਹ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ। ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅਸੀਂ ਪੜ੍ਹ ਲਿਖ ਕੇ ਵੀ ਸੜਕਾਂ ਤੇ ਰੁਲਣ ਲਈ ਜਿਹੜਾ ਹੈਗਾ ਅਸੀਂ ਮਜਬੂਰ ਹੋਏ ਪਏ ਹਾਂ। ਇੱਕ ਪਾਸੇ ਜਿਹੜਾ ਇੱਕ ਸਰਕਾਰ ਦਾ ਜਿਹੜਾ ਇੱਕ ਮੇਨ ਨਾਅਰਾ ਚੱਲ ਰਿਹਾ ਹੈਗਾ ਕਿ ਅਸੀਂ ਜਿਹੜਾ ਹੈਗਾ ਕਿ ਪੰਜਾਬ ਦੇ ਵਿੱਚ ਹੀ ਰੁਜ਼ਗਾਰ ਪੈਦਾ ਕਰਾਂਗੇ ਜਾਂ ਬਾਹਰਲੀਆਂ ਕੰਪਨੀਆਂ ਨੂੰ ਇੱਥੇ ਸੱਦਿਆ ਜਾਊਗਾ। ਤੇ ਸੀਐਮ ਸਾਹਿਬ ਦਾ ਇੱਕ ਬੜਾ ਬਿਆਨ ਜਿਹੜਾ ਉਹ ਪ੍ਰਚਲਿਤ ਹੋਇਆ ਸੀ ਕਿ ਗੋਰੇ ਜਿਹੜੇ ਨੇ ਉਹ ਸਾਡੇ ਇੱਥੇ ਜਿਹੜਾ ਨੌਕਰੀ ਕਰਨ ਆਉਣਗੇ। ਮੈਂ ਸੀਐਮ ਸਾਹਿਬ ਅੱਗੇ ਦਰਖਾਸਤ ਕਰਦਾ, ਹੱਥ ਬੰਨੇ, ਸਾਨੂੰ ਗੋਰਿਆਂ ਦੀ ਕੋਈ ਲੋੜ ਨਹੀਂ ਆ, ਨਾ ਹੀ ਸਾਡਾ ਕੋਈ ਦਿਲ ਕਰਦਾ ਹੈ ਪ੍ਰੋਟੈਸਟ ਲਾਉਣ ਦਾ ਜਾਂ ਮਰਨ ਵਰਤ ਤੇ ਬੈਠਣ ਦਾ। ਸਾਨੂੰ ਸਾਡੀਆਂ ਜਿਹੜੀਆਂ ਯੋਗਤਾਵਾਂ ਨੇ ਸਾਨੂੰ ਉਹਦੇ ਅਕੋਰਡਿੰਗ ਜਿਹੜਾ ਹੈਗਾ ਸਾਨੂੰ ਜਿਹੜਾ ਯੋਗਤਾ ਦੇ ਅਕੋਰਡਿੰਗ ਜੋਬ ਦਿੱਤੀ ਜਾਵੇ ਤਾਂ ਕਿ ਅਸੀਂ ਆਪਦੇ ਪੰਜਾਬ ਨੂੰ ਜਿਹੜਾ ਹੈਗਾ। ਤੇ ਹੁਣ ਜਿਹੜਾ ਸਰਕਾਰ ਨੂੰ ਅਸੀਂ ਇਹ ਦੱਸ ਦੇਣਾ ਚਾਹੁੰਦੇ ਕਿ ਸਾਡੇ ਜਿਹੜੇ ਕੁਝ ਕੈਂਡੀਡੇਟ ਨੇ ਜਿਹੜੇ ਕਿ ਪਹਿਲਾਂ ਆਪਣੇ ਖੇਤਾਂ ਦੇ ਵਿੱਚ ਮਜ਼ਦੂਰੀ ਕਰਦੇ ਨੇ ਤਾਂ ਕਿ ਉੱਥੇ ਉਹਨਾਂ ਦਾ ਜਿਹੜਾ ਰੋਟੀ ਜਿਹੜੀ ਹੈਗੀ ਆ ਰੁਜ਼ਗਾਰ ਜਿਹੜਾ ਹੈਗਾ ਉਹਨਾਂ ਦਾ ਚੱਲ ਸਕੇ। ਇੰਨਾ ਕੁਛ ਕਰਨ ਦੇ ਬਾਅਦ ਵੀ ਉਹ ਫਿਰ ਵੀ ਤੁਹਾਡੇ ਤੇ ਜਿਹੜੇ ਆਸ ਇੱਕ ਬੰਨੀ ਬੈਠੇ ਨੇ, ਸੋ ਉਹਨਾਂ ਦੀ ਆਸ ਦੇ ਉੱਪਰ ਤਾਂ ਖਰੇ ਉਤਰੋ। ਪਹਿਲਾਂ ਉਹਨਾਂ ਨੇ ਕਣਕ ਵੱਢੀ ਹੈ, ਫਿਰ ਕਣਕ ਦਾ ਸੀਜ਼ਨ ਲਾਉਣ ਤੋਂ ਬਾਅਦ ਉਹਨਾਂ ਨੇ ਝੋਨਾ ਵੀ ਲਗਾਇਆ ਤੇ ਹੁਣ ਫਿਰ ਝੋਨਾ ਜਿਹੜਾ ਵੱਢਣ ਦੀ ਜਿਹੜੀ ਤਿਆਰੀ ਹੋ ਗਈ ਆ। ਤੇ ਹੁਣ ਝੋਨਾ ਵੱਢਣ ਤੋਂ ਬਾਅਦ ਫਿਰ ਵੀ ਉਹ ਜਿਹੜੇ ਹੈਗੇ ਨੇ ਝੋਨੇ ਦੇ ਨਾਲ ਜਿਹੜਾ ਹੈਗਾ ਉਹ ਪ੍ਰੋਟੈਸਟ ਦੇ ਵਿੱਚ ਵੀ ਸ਼ਾਮਲ ਹੋ ਰਹੇ ਨੇ, ਸਾਡਾ ਜਿਹੜਾ ਸਾਥ ਦੇ ਰਹੇ ਨੇ। ਸਰਕਾਰ ਨੂੰ ਥੋੜ੍ਹੀ ਬਹੁਤ ਤਾਂ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਵੇਂ ਜਿਹੜੇ ਉਹਦੀ ਜਵਾਨੀ ਹੈ, ਜਿਹੜੀ ਸਾਡੇ ਪੜ੍ਹਿਆ ਲਿਖਿਆ ਕੇਡਰ ਹੈ ਜਿਹੜਾ ਸੜਕਾਂ 'ਤੇ ਰੁੜ ਰਿਹਾ, ਤੇ ਆਪ ਜਿਹੜੀ ਇਹ ਸਰਕਾਰ ਆ ਕਿਵੇਂ ਆਪਣੀਆਂ ਜਿਹੜੀਆਂ ਰੰਗ ਰਲੀਆਂ ਦੇ ਵਿੱਚ ਲੱਗੀ ਹੋਈ ਆ। ਹਰ ਦੂਜੇ ਤੀਜੇ ਦਿਨ ਜਿਹੜਾ ਹੈਗਾ ਅਸੀਂ ਦੇਖਦੇ ਹਾਂ ਕਿ ਸਰਕਾਰ ਦਾ ਕੋਈ ਨਾ ਕੋਈ ਨੁਮਾਇੰਦਾ ਆਪਣੀ ਵਿਆਹ ਸ਼ਾਦੀ ਦੇ ਵਿੱਚ ਬਿਜੀ ਹੋਇਆ ਫਿਰਦਾ। ਇੱਥੇ ਸਾਨੂੰ ਸ਼ਰਮ ਆਉਂਦੀ ਹੈ ਕਹਿੰਦੇ ਹੋਏ ਸੀਐਮ ਸਾਹਿਬ ਨੂੰ ਕਿ ਇੱਥੇ ਪਿਛਲੇ 6 ਦਿਨ ਤੋਂ ਸਾਡੇ 2 ਜਿਹੜੇ ਨੇ ਨੌਜਵਾਨ ਜਿਹੜੇ ਸਾਥੀ ਨੇ ਪੜ੍ਹੇ ਲਿਖੇ ਬੇਰੁਜ਼ਗਾਰ ਜਿਹੜੇ ਨੇ ਉਹਨਾਂ ਦੀਆਂ ਡਾਂਗਾ ਖਾਣ ਤੋਂ ਬਾਅਦ ਵੀ ਉਹਨਾਂ ਦੀਆਂ ਇੰਨੀਆਂ ਮਿਹਨਤਾਂ ਤਰਲੇ ਕਰਨ ਤੋਂ ਬਾਅਦ ਵੀ ਜਿਹੜੇ ਮਰਨ ਵਰਤ ਤੇ ਬੈਠੇ ਨੇ, ਮਰਨ ਦੀ ਕਗਾਰ 'ਤੇ ਨੇ। ਤੇ ਸ਼ਰਮ ਆਉਂਦੀ ਹੈ ਕਹਿੰਦੇ ਹੋਏ ਕਿ ਸਾਡੇ ਸੀਐਮ ਸਾਹਿਬ ਜਿਹੜੇ ਨੇ ਉਹ ਵਿਆਹ ਸ਼ਾਦੀਆਂ ਦੇ ਜਿਹੜੇ ਨੇ ਉਹ ਆਨੰਦ ਮਾਣ ਰਹੇ ਨੇ, ਆਪਣੇ ਐਮਐਲਏ ਸਾਹਿਬ ਦੇ ਜਿਹੜੇ ਨੇ ਉੱਥੇ ਪਾਰਟੀਆਂ ਇੰਜੋਏ ਕਰ ਰਹੇ ਨੇ। ਤੇ ਮੈਂ ਸਰਕਾਰ ਨੂੰ ਇੱਕ ਸਿੱਧੇ ਤੌਰ 'ਤੇ ਅਸੀਂ ਜਿਹੜੀ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਜੇ ਉਹ ਸਾਡੀਆਂ ਜਿਹੜੀਆਂ ਮੰਗਾਂ ਜੇ ਪੂਰੀਆਂ ਨਹੀਂ ਕਰਦੇ, ਮਿੱਥੇ ਹੋਏ ਜਿਹੜੇ ਸਮੇਂ ਤੱਕ ਸਾਡਾ ਜਿਹੜਾ ਐਫੀਡੇਵਿਟ ਅਦਾਲਤ ਦੇ ਵਿੱਚ ਜਮ੍ਹਾਂ ਨਹੀਂ ਕਰਵਾਉਂਦੇ, ਤਾਂ ਜਿਹੜਾ ਇਹ ਸੰਘਰਸ਼ ਆ ਇਹ ਬਹੁਤ ਹੀ ਤਿੱਖਾ ਰੂਪ ਧਾਰਨ ਕਰ ਲਏਗਾ ਕਿ ਸਰਕਾਰ ਸਾਡੀਆਂ ਜਿਹੜੀਆਂ ਹੈਗੀਆਂ ਇੱਕ ਵਾਰ ਇਤਿਹਾਸ ਫਰੋਲ ਕੇ ਦੇਖ ਲਵੇ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਪਟਿਆਲੇ ਦੇ ਵਿੱਚ ਮੋਰਚਾ ਫਤਿਹ ਕਰਿਆ ਤੇ ਹੋਰ ਵੀ ਜਿਹੜੇ ਸਾਡੇ ਸੀਗੇ ਜਾਂ ਖਰੜ ਦੇ ਵਿੱਚ ਜਿਹੜੇ ਅਸੀਂ ਮੋਰਚੇ ਲਾਏ ਸੀਗੇ, ਪਹਿਲਾਂ ਸਰਕਾਰ ਉਹਨਾਂ ਦੀ ਵੀ ਹਿਸਟਰੀ ਇੱਕ ਵਾਰ ਫਰੋਲ ਕੇ ਦੇਖ ਲਵੇ ਤੇ ਸਾਡੇ ਸਬਰ ਨੂੰ ਨਾ ਅਜਮਾਵੇ। ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਸਬਰ ਨੂੰ ਨਾ ਅਜਮਾਵੇ। ਸਾਡੇ 'ਚ ਜਜ਼ਬਾ ਬਹੁਤ ਕੁੱਟ-ਕੁੱਟ ਕੇ ਭਰਿਆ ਹੋਇਆ ਕਿ ਸਾਡਾ ਜਿਹੜਾ ਸੰਘਰਸ਼ ਆ ਹੋਰ ਵੀ ਤਿੱਖਾ ਰੂਪ ਧਾਰਨ ਕਰ ਸਕਦਾ। ਮੇਰਾ ਨਾਮ ਰਵੀ ਕੁਮਾਰ ਪਠਾਨਕੋਟ ਤੇ ਮੈਂ ਇਸ ETT 2364 ਦਾ ਜਿਹੜਾ ਇੱਥੇ ਪ੍ਰੋਟੈਸਟ ਚੱਲ ਰਿਹਾ ਮੈਂ ਉਹਦੇ ਵਿੱਚ ਸ਼ਾਮਲ ਹਾਂ। ਤੇ ਅੱਜ ਜੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂ ਵੀ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਆ ਉਹਦੇ ਕਰਕੇ ਅੱਜ ਦਾ ਨੌਜਵਾਨ ਜਿਹੜਾ ਹੈ ਉਹ ਬਿਲਕ ਰਿਹਾ। ਅਸੀਂ ਦੇਖਦੇ ਹਾਂ ਵੀ ਸਾਡੇ ਜਿਹੜੇ ਮਾਂ-ਪਿਓ ਹੈ ਮਾੜੀਆਂ ਹਾਲਤਾਂ 'ਚ ਰਹਿ ਕੇ, ਮਾੜੇ ਕੱਪੜੇ ਪਾ ਕੇ ਆਪਣੇ ਬੱਚਿਆਂ ਨੂੰ ਇਹ ਸੋਚਦੇ ਹੈ ਵੀ ਅਸੀਂ ਇਹਨਾਂ ਨੂੰ ਚੰਗੀਆਂ ਪੜ੍ਹਾਈਆਂ ਕਰਾ ਲਈਏ ਤਾਂ ਕਿ ਆਉਣ ਵਾਲਾ ਜਿਹੜਾ ਸਾਡਾ ਬੁਢਾਪਾ ਹੈ, ਸਾਡਾ ਚੰਗਾ ਸਮਾਂ ਹੈ ਉਹ ਜਿਹੜਾ ਨਿਕਲ ਜਾਏਗਾ। ਪਰ ਅਫਸੋਸ ਦੀ ਗੱਲ ਹੈ ਵੀ ਜਿਹੜੀਆਂ ਸਰਕਾਰਾਂ ਆ ਇਹਨਾਂ ਦੇ ਕੰਨ 'ਤੇ ਕੋਈ ਜੂੰ ਨਹੀਂ ਸਰਕਰੀ। ਸਾਡੇ ਮਾਪੇ ਦਿਹਾੜੀਆਂ ਕਰਕੇ, ਮਜ਼ਦੂਰੀਆਂ ਕਰਕੇ ਸਾਡੇ ਬੱਚਿਆਂ ਨੂੰ ਪਾਲਦੇ ਆ, ਪੜ੍ਹਾਈਆਂ 'ਤੇ ਪੈਸੇ ਲਾਉਂਦੇ ਆ, ਪਰ ਜਦੋਂ ਸਰਕਾਰਾਂ ਸਾਨੂੰ ਰੋਜ਼ਗਾਰ ਨਹੀਂ ਦਿੰਦੀਆਂ ਫਿਰ ਸਾਡੇ ਸੁਪਨੇ ਤਾਂ ਮਰਦੇ ਹੀ ਹੈ, ਨਾਲ ਦੀ ਨਾਲ ਜਿਹੜੇ ਸਾਡੇ ਮਾਪਿਆਂ ਦੇ ਸੁਪਨੇ ਆ ਉਹ ਵੀ ਮਰ ਜਾਂਦੇ ਆ ਤੇ ਭਰੀ ਉਮਰੇ ਉਹ ਵੀ ਬੁੱਢੇ ਨਜ਼ਰ ਆਉਂਦੇ ਆ। ਇਸ ਕਰਕੇ ਇਹ ਸਿਰਫ ਮੇਰੇ ਨਾਲ ਵਰਤਾਰਾ ਨਹੀਂ ਹੋ ਰਿਹਾ, ਇਹ ਪੂਰੇ ਪੰਜਾਬ 'ਚ ਜਿਹੜੇ ਸਾਡੇ ਨੌਜਵਾਨ ਹੈ ਪੜ੍ਹੇ ਲਿਖੇ ਅੱਜ ਸੜਕਾਂ 'ਤੇ ਰੁਲ ਰਹੇ ਹੈ, ਇਹ ਸਾਰਿਆਂ ਨਾਲ ਵਰਤਾਰਾ ਹੋ ਰਿਹਾ। ਦੂਜੇ ਪਾਸੇ ਜਿਹੜੀ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਹੈ ਇਹਦਾ ਵੀ ਇੱਕ ਬੜਾ ਵੱਡਾ ਰੋਲ ਹੈ ਇਸ ਪਾਸੇ, ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਜਿਹੜੇ ਸਰਕਾਰੀ ਸਕੂਲ ਹੈ ਉਹ ਵਧੀਆ ਚੱਲਣ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਮਜ਼ਦੂਰਾਂ ਦੇ ਬੱਚੇ ਆ, ਗਰੀਬਾਂ ਦੇ ਬੱਚੇ ਪੜ੍ਹਨ। ਲਗਾਤਾਰ ਜਿਹੜਾ ਨਿੱਜੀਕਰਨ ਹੈ ਉਹ ਕੀਤਾ ਜਾ ਰਿਹਾ। ਸਰਕਾਰੀ ਸਕੂਲਾਂ ਨੂੰ ਤਾਲੇ ਲਾਏ ਜਾ ਰਹੇ ਹੈ ਤੇ ਪ੍ਰਾਈਵੇਟ ਸਕੂਲਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ। ਸੋ ਇਸ ਕਰਕੇ ਇਹ ਜਿਹੜੇ ਪੰਜਾਬ ਦੇ ਅੰਦਰ ਨਸ਼ੇ ਇੰਨੇ ਫੈਲ ਗਏ ਆ, ਹੋਰ ਇੰਨੀਆਂ ਜਿਹੜੀਆਂ ਲਾਹਨਤਾਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ, ਇਹਦਾ ਇੱਕੋ ਇੱਕ ਕਾਰਨ ਹੈ ਵੀ ਜਿਹੜੀਆਂ ਸਰਕਾਰਾਂ ਆ ਉਹ ਜਦੋਂ ਵੋਟਾਂ ਲੈ ਕੇ ਆਉਂਦੀਆਂ ਨੇ, ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਸਾਡੇ ਨਾਲੇ ਲਾਰੇ ਲਾਉਂਦੇ ਆ ਵੀ ਤੁਸੀਂ ਸਾਡੀ ਸਰਕਾਰ ਬਣਾਓ, ਅਸੀਂ ਤੁਹਾਡੇ ਬੱਚਿਆਂ ਨੂੰ ਰੁਜ਼ਗਾਰ ਦਿਆਂਗੇ, ਅਸੀਂ ਤੁਹਾਡੇ ਬੱਚਿਆਂ ਨੂੰ ਚੰਗੀ ਪੜ੍ਹਾਈ ਦਿਆਂਗੇ, ਚੰਗੀ ਵਿੱਦਿਆ ਦੇਵਾਂਗੇ।
ਪਰ ਇਹ ਸਰਕਾਰਾਂ ਸਿਰਫ ਤੇ ਸਿਰਫ ਲਾਰੇ ਲਾਉਂਦੀਆਂ। ਇਸ ਕਰਕੇ ਜਿਹੜਾ ਸਾਡਾ ਅੱਜ ਦਾ ਨੌਜਵਾਨ ਹੈ ਉਹ ਸੜਕਾਂ 'ਤੇ ਰੁਲ ਰਿਹਾ। ਜੇ ਮੈਂ ਆਪਣੀ ਕਹਾਣੀ ਦੱਸਾਂ, ਮੈਂ ETT ਪਾਸ ਹਾਂ, ਮੈਂ BP ਐਡ ਕੀਤੀ ਹੋਈ ਹੈ ਤੇ ਮੈਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਧੱਕੇ ਖਾਧੇ ਹੈ। ਔਰ ਪ੍ਰਾਈਵੇਟ ਸਕੂਲਾਂ ਦਾ ਇਹ ਇੱਕ ਵਿਸ਼ਵਾਸ ਹੈ ਕਿ ਜਦੋਂ ਤੱਕ ਉਹ ਬੰਦੇ ਨੂੰ ਚੰਗਾ ਹੁੰਦਾ ਹੈ, ਜਦੋਂ ਤੱਕ ਉਹਨੂੰ ਯੂਜ਼ ਕਰਦੇ ਆ, ਉਸ ਤੋਂ ਬਾਅਦ ਥਰੋ ਕਰ ਦਿੰਦੇ ਆ, ਮਤਲਬ ਯੂਜ਼ ਐਂਡ ਥਰੋ। ਮੈਂ ਵੀ ਪ੍ਰਾਈਵੇਟ ਸਕੂਲ 'ਚ ਇਸ ਵੇਲੇ ਕੰਮ ਕਰ ਰਿਹਾ, ਪਰ ਜਿਹੜਾ ਸਾਨੂੰ ਮਿਹਨਤਾਨਾ ਦਿੱਤਾ ਜਾਂਦਾ ਹੈ ਉਹ ਮੈਂ ਕੈਮਰੇ ਤੇ ਦੱਸ ਨਹੀਂ ਸਕਦਾ, ਕਿਉਂਕਿ ਇੰਨਾ ਘੱਟ ਜਿਹੜਾ ਮਿਹਨਤਾਨਾ ਦਿੱਤਾ ਜਾਂਦਾ ਹੈ ਉਹਦੇ ਨਾਲ ਜਿਹੜਾ ਇੱਕ ਪਰਿਵਾਰ ਆ ਉਹ ਨਹੀਂ ਚੱਲ ਸਕਦਾ। ਜੇ ਮੈਂ ਆਪਣੀ ਗੱਲ ਕਰਾਂ, ਮੇਰੇ 2 ਬੱਚੇ ਹੈ ਤੇ ਮੇਰੀ ਜਿਹੜੀ ਫੈਮਿਲੀ ਹੈ, ਮੇਰੀ ਮਦਰ ਹੈ, ਅਸੀਂ ਰਹਿ ਰਹੇ ਹਾਂ, ਪਰ ਜਿਹੜਾ ਸਾਨੂੰ ਮਿਹਨਤਾਨਾ ਮਿਲਦਾ ਹੈ ਉਹਦੇ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਰਿਹਾ, ਜਿੰਨੀ ਕੁ ਮਹਿੰਗਾਈ ਹੈ। ਇਸ ਕਰਕੇ ਅਸੀਂ ਮਿਹਨਤਾਂ ਕਰਕੇ ਜਿਹੜੇ ਹੈ ਟੈਟ ਪਾਸ ਕੀਤੇ, ਜਿਹੜੇ ਦੂਜੇ ਟੈਸਟ ਪਾਸ ਕੀਤੇ ਤੇ ਸਾਨੂੰ ਕਿਤੇ ਸਰਕਾਰੀ ਨੌਕਰੀ ਮਿਲ ਜੇ, ਪਰ ਇੰਨਾ ਪੜ੍ਹਨ ਦੇ ਬਾਵਜੂਦ ਵੀ ਸਾਨੂੰ ਜਿਹੜਾ ਹੈ ਉਹ ਨੌਕਰੀਆਂ ਨਹੀਂ ਮਿਲਦੀਆਂ। ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਇਮਤਿਹਾਨ ਨਾ ਲਿਆ ਜਾਏ। ਬਾਕੀ ਅਸੀਂ ਅਖੀਰ 'ਚ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਾਂਗੇ, ਚੇਤਾਵਨੀ ਵੀ ਦੇਣਾ ਚਾਹਾਂਗੇ ਕਿ ਸਾਡਾ ETT ਦਾ ਜਿਹੜਾ ਇਤਿਹਾਸ ਹੈ ਬੜਾ ਸ਼ਾਨਮੱਤਾ ਇਤਿਹਾਸ ਹੈ ਤੇ ਅਸੀਂ ਜਿਹੜਾ ਸੰਘਰਸ਼ ਤੋਂ ਪਿੱਛੇ ਨਹੀਂ ਹਟਦੇ। ਤੇ ਜੇ ਸਾਡੀਆਂ 2364 ਪੋਸਟਾਂ ਪੂਰੀਆਂ ਨਹੀਂ ਹੁੰਦੀਆਂ ਤੇ ਜਿਹੜਾ ਸਾਡਾ ਸੰਘਰਸ਼ ਜਿਹੜਾ ਮਰਨ ਵਰਤ ਚੱਲ ਰਿਹਾ ਹੈ, ਇਹ ਤੋਂ ਅੱਗੇ ਵੀ ਅਸੀਂ ਜਿਹੜਾ ਆ ਉਹ ਜਾ ਸਕਦੇ ਹਾਂ। ਅਸੀਂ ਪਿੱਛੇ ਨਹੀਂ ਹਟਣ ਵਾਲੇ। ਇਹ ਸਰਕਾਰ ਨੂੰ ਚੇਤਾਵਨੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਇਹਨਾਂ ਪੋਸਟਾਂ ਨੂੰ ਪੂਰਾ ਕੀਤਾ ਜਾਵੇ। ਮੇਰਾ ਨਾਮ ਸਵਰਨਦੀਪ ਕੌਰ ਹੈ। ਮੈਂ ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਹਾਂ। 2 ਸਾਲ ਪਹਿਲਾਂ ਸਾਡੀ 2364 ਭਰਤੀ ਆਈ ਸੀ, ਉਹਦਾ ਪੇਪਰ ਹੋਇਆ, ਮੈਰਿਟ ਲਿਸਟ ਬਣੀ ਅਤੇ ਸਕਰੂਟਨੀ ਵੀ ਹੋ ਚੁੱਕੀ ਸੀ। ਉਸ ਤੋਂ ਬਾਅਦ ਡਿਪਾਰਟਮੈਂਟ ਦੀਆਂ ਗਲਤੀਆਂ ਦੀ ਵਜ੍ਹਾ ਕਰਕੇ ਜਿਹੜੀ ਇਹ ਭਰਤੀ ਆ ਇਹ ਕੋਰਟ ਦੇ ਵਿੱਚ ਚਲੀ ਗਈ ਅਤੇ ਉੱਥੋਂ ਜੱਜ ਨੇ ਇਸ ਨੂੰ ਰੱਦ ਕਰ ਦਿੱਤਾ। ਉਸ ਤੋਂ ਬਾਅਦ ਜੱਜ ਨੇ ਇਹ ਕਿਹਾ ਕਿ ਉਸ ਲਈ ਡਿਪਾਰਟਮੈਂਟ ਨੂੰ ਇੱਕ ਛੋਟਾ ਜਿਹਾ ਐਫੀਡੇਵਿਟ ਤਿਆਰ ਕਰਕੇ ਦੇਣਾ ਪਵੇਗਾ, ਜਿਸ ਨਾਲ ਇਹ ਭਰਤੀ ਹੈ ਜਿਹੜੀ ਉਹ ਬਹਾਲ ਹੋ ਸਕਦੀ ਆ। ਤਾਂ ਅਸੀਂ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ 20 ਅਕਤੂਬਰ ਨੂੰ ਸਾਡੀ ਕੋਰਟ ਦੇ ਵਿੱਚ ਜੋ ਹੀਅਰਿੰਗ ਆ ਉਹ ਹੋਵੇਗੀ। ਤਾਂ 20 ਅਕਤੂਬਰ ਤੋਂ ਪਹਿਲਾਂ ਅਸੀਂ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਕਿ ਸਾਡਾ ਜਿਹੜਾ ਐਫੀਡੇਵਿਟ ਉਹ ਤਿਆਰ ਕਰਕੇ ਕੋਰਟ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇ। ਜਦੋਂ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਵਾਅਦੇ ਕੀਤੇ ਸੀ ਕਿ ਅਸੀਂ ਕੁੜੀਆਂ ਦੇ ਲਈ ਨੌਕਰੀਆਂ ਪ੍ਰਦਾਨ ਕਰਾਂਗੇ ਅਤੇ ਹੋਰ ਵੀ ਬਹੁਤ ਸਾਰੇ ਜੋ ਸਹੂਲਤਾਂ ਨੇ ਉਹ ਦੇਵਾਂਗੇ, ਪਰ ਕੁੜੀਆਂ ਨੇ ਜਿਹੜੀਆਂ ਉਹ ਡਿਪਰੈਸ਼ਨ ਦੇ ਵਿੱਚ ਆ ਚੁੱਕੀਆਂ ਨੇ। ਬਿਲਕੁਲ ਕੋਈ ਵੀ ਸਾਨੂੰ ਸਾਡਾ ਜੋ ਹੈਗਾ ਜਾ ਰਿਹਾ। ਕਈ ਕੁੜੀਆਂ ਨੇ ਜਿਹੜੀਆਂ ਉਹ ਓਵਰੇਜ ਹੋ ਚੁੱਕੀਆਂ ਨੇ ਅਤੇ ਬਹੁਤ ਹੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਜਾ ਚੁੱਕੀਆਂ ਨੇ। ਤਾਂ ਇਹ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਉਹ ਬਹੁਤ ਸਾਰੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਤਾਂ ਉਹਨਾਂ ਨੂੰ ਆਪਣੇ ਵਾਅਦਿਆਂ ਨੂੰ ਆ ਜਿਹੜਾ ਉਹ ਨਿਭਾਉਣਾ ਚਾਹੀਦਾ ਹੈ। ਤਾਂ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਉਹ ਸਾਡੇ ਵੱਲ ਦੇਖ ਕੇ ਜੋ ਸਾਡੀਆਂ ਨੂੰ ਦੇਵੇ ਅਤੇ ਸਾਡੀ ਭਰਤੀ ਹੈ ਜਿਹੜੀ ਉਹ ਜਲਦੀ ਤੋਂ ਜਲਦੀ ਕੋਰਟ ਦੇ ਵਿੱਚ ਐਫੀਡੇਵਿਟ ਪੇਸ਼ ਕਰਕੇ ਤਾਂ ਕਿ ਸਾਡੀ ਭਰਤੀ ਹੈ ਜਿਹੜੀ ਉਹ ਜਲਦੀ ਤੋਂ ਜਲਦੀ ਬਹਾਲ ਹੋ ਸਕੇ। ਮੈਂ ਕਰਮਜੀਤ ਕੌਰ ਮਾਨਸਾ ਤੋਂ ਆਈ ਹਾਂ। ਅਸੀਂ ਇੱਥੇ ਆਪਣੀ 2364 ਭਰਤੀ ਦੇ ਐਫੀਡੇਵਿਟ ਦੇ ਆਧਾਰ ਤੇ ਵੀ ਉਹ 20 ਤਰੀਕ ਤੋਂ ਪਹਿਲਾਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ, ਉਸ ਲਈ ਇੱਥੇ ਇਕੱਠ ਕੀਤਾ ਹੋਇਆ। ਤੇ ਸੁਰਿੰਦਰਪਾਲ ਵੀਰ ਤੇ ਰਵੀ ਕੁਮਾਰ ਪਠਾਨਕੋਟ ਤੇ ਇੱਕ ਸੁਖਚੈਨ ਮਾਨਸਾ ਦੇ ਇਹਨਾਂ ਦਾ ਹੌਸਲੇ ਅਫਜ਼ਾਈ ਲਈ ਵੀ ਆਏ ਹੋਏ ਆ, ਜੋ 2 ਜਣੇ 2 ਤਰੀਕ ਤੋਂ ਭੁੱਖ ਹੜਤਾਲ ਨਹੀਂ ਮਤਲਬ ਮਰਨ ਵਰਤ 'ਤੇ ਹੀ ਬੈਠੇ ਨੇ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਕੀਤੀ ਜਾਂਦੀ। ਹੁਣ ਉਹ ਸਿਵਲ ਹਸਪੀਟਲ ਸੰਗਰੂਰ ਦੇ ਵਿੱਚ ਜਿਹੜੀ ਟੈਂਕੀ ਆ ਉਹਦੇ ਵਿੱਚ ਉੱਪਰ 2 ਜਣੇ ਬੈਠੇ ਨੇ, ਸੁਰਿੰਦਰਪਾਲ ਵੀਰ ਤੇ ਰਵੀ ਕੁਮਾਰ ਜੀ। ਉਹਨਾਂ ਦੀ ਮੰਗ ਹੈ ਕਿ ਉਹ ਪੈਟਰੋਲ ਦੀ ਬੋਤਲਾਂ ਚੜ੍ਹੇ ਹੋਏ ਨੇ। ਉਹਨਾਂ ਦੀ ਆਖਰੀ ਮੰਗ ਇਹੀ ਹੈ ਕਿ ਬਸ ਸਾਡਾ ਐਫੀਡੇਵਿਟ ਆ ਜਿਹੜਾ ਉਹ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਜਾਵੇ ਤਾਂ ਜੋ ਸਾਡੀ ਭਰਤੀ ਆ ਉਹ ਜੱਜ ਸਾਹਿਬ ਬਹਾਲ ਕਰ ਦੇਣ। ਸਾਡੀ ਭਰਤੀ 2020 ਦੇ ਵਿੱਚ ਆਈ ਸੀ ਤੇ ਉਹ ਤੋਂ ਬਾਅਦ ਸਾਡਾ ਪੇਪਰ ਹੋ ਗਿਆ, ਸਾਡੀ ਮੈਰਿਟ ਲਿਸਟ ਬਣ ਗਈ, ਸਾਡੀ ਸਕਰੂਟਨੀ ਹੋ ਗਈ, ਸਾਨੂੰ ਆਸ ਵੱਜ ਗਈ ਸੀ ਵੀ ਅਸੀਂ ਇੱਕ ਤਰ੍ਹਾਂ ਦੇ ਟੀਚਰ ਬਣ ਚੁੱਕੇ ਹਾਂ। ਪਰ ਉਸ ਤੋਂ ਬਾਅਦ ਸਾਨੂੰ ਇੰਨਾ ਸਮਾਂ ਹੋ ਗਿਆ, 3 ਸਾਲ ਹੋਣ ਤੱਕ ਆ ਗਏ, ਪਰ ਹਜੇ ਸਰਕਾਰ ਦੀਆਂ ਅੱਖਾਂ ਬਿਲਕੁਲ ਬੰਦ ਨੇ ਸਾਡੀ ਭਰਤੀ ਨੂੰ ਲੈ ਕੇ। ਬਿਲਕੁਲ ਵੀ ਸਾਡਾ ਕੋਈ ਹਾਲਤ ਨਹੀਂ ਦੇਖ ਰਿਹਾ। ਸਾਰੇ ਡਿਪਰੈਸ਼ਨ 'ਚ ਆ ਰਹੇ ਨੇ, ਕਈ ਤਾਂ ਵਿਚਾਰੇ ਓਵਰਏਜ ਹੋ ਚੁੱਕੇ ਨੇ ਜਿਨ੍ਹਾਂ ਨੂੰ ਕੋਈ ਅੱਗੇ ਆਸ ਵੀ ਨਹੀਂ ਹੈਗੀ ਵੀ ਅਸੀਂ ਕਿਸੇ ਹੋਰ ਭਰਤੀ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਇਸ ਲਈ ਅਸੀਂ ਪਟਿਆਲੇ ਵੀ ਕਿੰਨਾ ਟਾਈਮ 4-5 ਮਹੀਨੇ ਧਰਨਾ ਲਾਈ ਰੱਖਿਆ, ਪਿਛਲੀ ਸਰਕਾਰ ਨੇ ਵੀ ਕੋਈ ਸਾਡੀ ਗੱਲ ਨਹੀਂ ਸੁਣੀ। ਸਾਨੂੰ ਇਸ ਸਰਕਾਰ ਤੋਂ ਬਹੁਤ ਉਮੀਦਾਂ ਨੇ
ਪਰ ਹੁਣ ਇਹ ਵੀ ਸਾਨੂੰ ਐਵੇਂ ਲੱਗ ਰਿਹਾ ਵੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ। ਸਾਰੇ ਮਰਨ ਤੇ ਆ ਰਹੇ ਨੇ, ਬਹੁਤ ਡਿਪਰੈਸ਼ਨ 'ਚ ਨੇ। ਕਿਰਪਾ ਕਰਕੇ ਸਾਨੂੰ ਇਹੀ ਬਸ ਅਪੀਲ ਹੈ ਸਰਕਾਰ ਤੋਂ ਕਿ ਸਾਡਾ ਐਫੀਡੈਵਿਟ ਡਿਪਾਰਟਮੈਂਟ ਜਲਦੀ ਤੋਂ ਜਲਦੀ ਕੋਰਟ ਦੇ ਵਿੱਚ ਦਰਜ ਕਰ ਦੇ। ਮੇਰਾ ਨਾਮ ਗੁਰਮੀਤ ਕੌਰ ਹੈ। ਮੈਂ ਡਿਸਟ੍ਰਿਕਟ ਲੁਧਿਆਣਾ ਨੂੰ ਬਿਲੋਂਗ ਕਰਦੀ ਹਾਂ ਅਤੇ ਮੈਂ ਈਟੀਟੀ ਕੈਡਰ ਹਾਂ। ਮੇਰੇ ਟੈਟ ਦੋਨੋਂ ਹੀ ਕਲੀਅਰ ਹੈ, ਟੈਟ 1 ਔਰ 2 ਦੋਨੋਂ ਕਲੀਅਰ ਹੈ ਔਰ ਮੈਂ 2 ਭਰਤੀਆਂ ਵਿੱਚ ਸਿਲੈਕਟਡ ਹਾਂ। 2364 ਵਿੱਚ ਵੀ ਸਿਲੈਕਟਡ ਹਾਂ ਔਰ 6635 ਵਿੱਚ ਵੀ ਮੈਂ ਸਿਲੈਕਟਡ ਹਾਂ। ਬਟ ਇਸ ਦੇ ਬਾਵਜੂਦ ਸਾਨੂੰ ਰੁਜ਼ਗਾਰ ਨਹੀਂ ਮਿਲਿਆ। ਇਹ ਸਾਰੇ ਸਰਕਾਰ ਦੀਆਂ ਬਦਨੀਤੀਆਂ ਦੇ ਕਰਕੇ ਹੈ ਅਤੇ ਅੱਗੋਂ ਅਸੀਂ ਓਵਰਏਜ ਹੋ ਚੁੱਕੇ ਹਾਂ। 6635 'ਚ ਇਸ ਲਈ ਨਹੀਂ ਰੁਜ਼ਗਾਰ ਮਿਲਿਆ ਸਾਨੂੰ, ਜੁਆਇਨਿੰਗ ਇਸ ਲਈ ਨਹੀਂ ਮਿਲੀ ਕਿਉਂਕਿ 6635 ਵਿੱਚ ਮੈਂ ਓਵਰਏਜ ਸੀ 1 ਸਾਲ ਅਤੇ ਸਿਲੈਕਟਡ ਹੋਣ ਦੇ ਬਾਵਜੂਦ ਜੁਆਇਨਿੰਗ ਨਹੀਂ ਦਿੱਤੀ ਗਈ। ਅਤੇ 2364 ਵਿੱਚ ਸਿਲੈਕਟਡ ਹਾਂ, ਸਾਰਾ ਕੁਛ ਕਲੀਅਰ ਹੈ, ਸਕਰੂਟਨੀ ਹੋ ਚੁੱਕੀ ਹੈ ਸਾਡੀ ਅਤੇ ਸਿਰਫ ਜੁਆਇਨਿੰਗ ਲੈਟਰ ਰਹਿੰਦਾ ਸੀ ਅਤੇ ਸਰਕਾਰ ਨੇ ਭਰਤੀ ਰੱਦ ਕਰਵਾ ਦਿੱਤੀ। ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਬਟ ਸਾਡਾ ਫਿਊਚਰ ਬਿਲਕੁਲ ਹਨੇਰੇ ਵਿੱਚ ਜਾ ਰਿਹਾ ਅਤੇ ਅੱਗੋਂ 5994 ਭਰਤੀ ਵੀ ਆ ਰਹੀ ਹੈ, ਸਾਨੂੰ ਉਹਦੇ ਤੋਂ ਕੋਈ ਉਮੀਦ ਨਹੀਂ। ਜਦੋਂ ਸਾਨੂੰ 6635 'ਚ ਨਹੀਂ ਰੱਖਿਆ ਗਿਆ, ਸਿਲੈਕਟਡ ਹੋਣ ਦੇ ਬਾਵਜੂਦ ਸਾਨੂੰ ਸਾਈਡ 'ਤੇ ਕੱਢ ਦਿੱਤਾ ਗਿਆ ਅਤੇ ਅਸੀਂ 5994 ਤੋਂ ਕੀ ਉਮੀਦ ਕਰ ਸਕਦੇ ਹਾਂ। ਅਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਓਵਰਏਜ ਕੈਂਡੀਡੇਟ ਦੀ ਆਖਰੀ ਉਮੀਦ 2364 ਭਰਤੀ ਹੈ, ਕਿਰਪਾ ਕਰਕੇ ਇਹਨੂੰ ਪੂਰਾ ਕੀਤਾ ਜਾਵੇ, ਸਾਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ। ਸਾਡੇ 2 ਵੀਰ ਰਵੀ ਵੀਰ ਅਤੇ ਇੱਕ ਸੁਰਿੰਦਰਪਾਲ ਵੀਰ ਗੁਰਦਾਸਪੁਰ ਟੈਂਕੀ 'ਤੇ ਚੜ੍ਹੇ ਹੋਏ ਨੇ। ਉਹਨਾਂ ਦਾ ਇੰਨੇ ਲੰਬੇ ਸੰਘਰਸ਼ ਦੇ ਬਾਵਜੂਦ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਜੇ ਉਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ, ਉਹਦੀ ਜ਼ਿੰਮੇਵਾਰ ਸਿੱਧੇ ਤੌਰ 'ਤੇ ਸਰਕਾਰ ਹੋਵੇਗੀ।